ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਜਬ ਕਛ ਨਾ ਸਿਓ, ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ। ਆਪਣਾ ਖੇਲ ਆਪ ਕਰ ਦੇਖੈ, ਠਾਕੁਰ ਰਚਨ ਰਚਾਇਆ। ਜਬ ਕਛ ਨਾ ਸਿਓ, ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ। ਆਪਣਾ ਖੇਲ ਆਪ ਕਰ ਦੇਖੈ, ਠਾਕੁਰ ਰਚਨ ਰਚਾਇਆ। ਮੇਰੇ RAM ਰਾਏ, ਮੁਝ ਤੇ ਕਛੂ ਨਾ ਹੋਈ। ਆਪੇ ਕਰਤਾ ਆਪ ਕਰਾਏ, ਸਰਬ ਨਿਰੰਤਰ ਸੋਈ। ਰਹਾ ਗਣਤੀ ਗਣੀ ਨਾ ਛੂਟੈ ਕਤਹੂੰ, ਕਾਚੀ ਦੇਹ ਆਣੀ। ਕਿਰਪਾ ਕਰੋ ਪ੍ਰਭ ਕਰਨੈ ਹਾਰੇ, ਤੇਰੀ ਬਖਸ਼ ਨਿਰਾਲੀ। ਜੀ ਜੰਤ ਸਭ ਤੇਰੇ ਕੀਤੇ, ਘਟ ਘਟ ਤੂੰ ਹੀ ਧਿਆਈਐ। ਤੇਰੀ ਗਤ ਮਿਤ ਤੂੰ ਹੈ ਜਾਣੈ, ਕੁਦਰਤ ਕੀਮ ਨਾ ਪਾਈਐ। ਨਿਰਗੁਣ ਮੁਕਤ ਅਜਾਨ ਅਗਿਆਨੀ, ਕਰਮ ਧਰਮ ਨਹੀਂ ਜਾਣਾ। ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗੈ ਤੇਰਾ ਭਾਣਾ। ਨਿਰਗੁਣ ਮੁਕਤ ਅਜਾਨ ਅਗਿਆਨੀ, ਕਰਮ ਧਰਮ ਨਹੀਂ ਜਾਣਾ। ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗੈ ਤੇਰਾ ਭਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਦਾਤਾਰ ਪਿਤਾ ਜੀ ਦੀ ਅਪਰ ਅਪਾਰ ਬਖਸ਼ਿਸ਼। ਸ਼ਾਮ ਸਮੇਂ ਅਸੀਂ ਗੁਰੂ ਦਰਬਾਰ ਦੀ
ਆਭਾ ਮਾਣ ਰਹੇ ਹਾਂ। ਅਜੇ ਹੁਣੇ ਆਪ ਹਰੀ ਜਸ ਕੀਰਤਨ ਉਸ ਨਾਲ ਸਾਂਝ ਪਾ ਰਹੇ ਸੀ। ਹੁਣ ਸਮਾਂ ਬਣਿਆ ਗੁਰ ਸ਼ਬਦ ਵਿਆਖਿਆਨ ਦਾ। ਇਸ ਗੋਚਰੇ ਸੂਹੀ ਰਾਗ ਦੀ ਰਚਨਾ ਗੁਰੂ ਅਰਜਨ ਪਾਤਸ਼ਾਹ ਦੁਆਰਾ ਉਚਿਤ ਕੀਤੇ ਗਏ ਸੰਦੇਸ਼ ਅਸੀਂ ਵਿਚਾਰਦੇ ਹਾਂ। ਬਾਣੀ ਰੂਪ ਆਪਨੇ ਜੇ ਹੁਣੇ ਸਰਵਨ ਕਰ ਲਿਆ ਹੈ। ਵਿਆਖਿਆਨ ਮੁੱਖ ਸੁਨੇਹੇ ਤੋਂ ਪ੍ਰਾਰੰਭ ਕਰਦੇ ਹਾਂ। ਸਭ ਜ਼ਿਕਰ ਕਰਦੇ ਨੇ, ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ, ਆਪੇ ਕਰਤਾ ਆਪ ਕਰਾਏ, ਸਰਬ ਨਿਰੰਤਰ ਸੋਈ। ਰਹਾਓ। ਮੇਰੇ ਰਾਮ ਰਾਏ, ਹੇ ਰਮੇ ਹੋਏ, ਜਿਹਨੂੰ ਅਸੀਂ ਕਹਿੰਦੇ ਉਹ ਓਮਨੀ ਪ੍ਰੈਜ਼ੈਂਟ ਰਾਏ, ਜਿਹਦਾ ਹੁਕਮ ਚੱਲ ਰਿਹਾ ਹੈ, ਹੂ ਇਜ਼ ਇਵੋਲਵਿੰਗ ਐਵਰੀਥਿੰਗ, ਜੋ ਸਾਰੇ ਕਾਸੇ ਨੂੰ ਉਸ ਲੈਵਲ 'ਤੇ ਸ਼ੇਪ ਦੇ ਰਿਹਾ, ਪ੍ਰੋਸੈਸ ਕਰ ਰਿਹਾ ਹੈਗਾ। ਉਸ ਹਸਤੀ ਨੂੰ, ਉਸ ਐਗਜ਼ਿਸਟੈਂਸ ਨੂੰ, ਉਹਨੂੰ ਐਡਰੈਸ ਕੀਤਾ ਗਿਆ। ਅਸੀਂ ਸਿੰਪਲ ਲੈਵਲ 'ਤੇ ਰੱਬ ਕਹਿ ਦਿੰਦੇ ਹਾਂ, ਵਾਹਿਗੁਰੂ ਜੀ ਕਹਿ ਦਿੰਦੇ ਹਾਂ, ਅਕਾਲ ਪੁਰਖ, ਪਰਮੇਸ਼ਰ, ਵਟ ਐਵਰ ਨੇਮ ਵੀ ਕੈਨ ਹੈਵ ਇਨ ਆਵਰ ਮਾਈਂਡ, ਵੀ ਕੈਨ ਸੇ ਇਟ। ਗੁਰੂ ਅਰਜਨ ਸਾਹਿਬ ਉਹਨੂੰ ਕਹਿ ਰਹੇ ਨੇ, ਮੇਰੇ ਰਾਮ ਰਾਏ, ਫਿਰ ਕਿਆ ਮੁਝ ਤੇ ਕਛੂ ਨਾ ਹੋਈ, ਮੇਰੇ ਕੋਲੋਂ ਕੁਝ ਨਹੀਂ ਹੋਣਾ ਜਾਂ ਕੁਝ ਨਹੀਂ ਹੋ ਰਿਹਾ। ਹੁਣ ਇਸ ਬਚਨ ਨੂੰ ਅਸੀਂ ਪੜ੍ਹ ਲਈਏ ਤੇ ਐਕਚੁਅਲੀ ਦੇਖੋ, ਜਦੋਂ ਓਮਨੀ ਪ੍ਰੈਜ਼ੈਂਟ ਆ ਉਹ, ਤੇ ਉਹੀ ਸਰਵਸਵ ਦੇ ਵਿੱਚ ਰਵਣ ਕਰ ਰਿਹਾ ਹੈ, ਫਿਰ ਕਰਤਾ ਕੌਣ ਹੈ? ਹੂ ਇਜ਼ ਦ ਰੀਅਲ ਡੂਅਰ? ਇਸ ਚੀਜ਼ ਨੂੰ ਗੁਰਬਾਣੀ ਕਹਿੰਦੀ ਏ, ਅੰਡਰਸਟੈਂਡ ਕਰ। ਮਨੁੱਖ ਨੂੰ, ਜਿੰਨਾ ਮਨੁੱਖ ਐਰੋਗੈਂਟ ਹੋਏਗਾ, ਇਗੋਟਿਸਟ ਹੋਏਗਾ, ਉਸ ਬਿਹੇਵੀਅਰ ਦੇ ਵਿੱਚੋਂ ਇਹਨੂੰ ਸਿਵਾਏ ਦੁੱਖ ਤੋਂ ਕੁਝ ਨਹੀਂ ਮਿਲਣਾ। ਕਿਉਂਕਿ ਜਿਹੜਾ ਐਰੋਗੈਂਟ ਨੇਚਰ ਆ, ਜਿਹੜਾ ਇਗੋਟਿਸਟ ਉਸ ਕਿਸਮ ਦਾ ਹਿਊਮਨ ਟੈਂਡੈਂਸੀ ਹੈ, ਉਹ ਸਾਡੇ ਮਾਈਂਡ ਨੂੰ ਬੜੀ ਨੈਰੋ ਕਰਦੀ ਤੁਰੀ ਲੱਗੀ ਜਾਂਦੀ ਹੈ। ਬੀਇੰਗ ਏ ਸਿੱਖ, ਵੀ ਸ਼ੁੱਡ ਬੀ ਓਪਨ ਮਾਈਂਡਡ। ਸਾਨੂੰ ਇੱਕ ਲਰਨਰ ਬਣਾਇਆ, ਲਰਨ ਕਰੋ। ਅਤੇ ਜਦੋਂ ਬੰਦਾ ਲਰਨ ਕਰਦਾ ਆ, ਸਪੋਜ਼ ਅਸੀਂ ਇੱਕ ਸਿੰਪਲ ਟਾਸਕ ਦੁਨੀਆ ਦਾ ਕੋਈ ਲੈ ਲਈਏ, ਅਸੀਂ ਕਿਸੇ ਜਗ੍ਹਾ ਦੇ ਉੱਤੇ ਕੋਈ ਕਿਸੇ ਤਰੀਕੇ ਦੇ ਨਾਲ ਸਮਝੋ ਕਿ ਕੋਈ ਕੋਪ ਪ੍ਰੋਗਰਾਮ ਕਰ ਰਹੇ ਹੈਗੇ ਹਾਂ, ਅਤੇ ਉਸ ਪ੍ਰੋਗਰਾਮ ਦੇ ਅੰਦਰ ਅਸੀਂ ਕੁਝ ਚੀਜ਼ਾਂ ਲਰਨ ਕਰ ਰਹੇ ਹਾਂ, ਮਕੈਨੀਕਲ ਸਾਈਡਸ ਤੋਂ, ਟੈਕਨੀਕਲ ਸਾਈਡਸ ਤੋਂ। ਅਤੇ ਜਦੋਂ ਬੰਦਾ ਦੇਖੇਗਾ ਤਾਂ ਪਤਾ ਲੱਗੇਗਾ, ਜਿੱਦਣ ਮੈਂ ਪਹਿਲੇ ਦਿਨ ਗਿਆ ਸੀਗਾ, ਈਵਨ I wasn't familiar with tools. I even don't know the actually name of the proper tools. ਫਿਰ ਕੀ ਹੋਇਆ, ਮੈਂ ਸ਼ੈਡੋਇੰਗ ਕੀਤੀ, ਮੈਨੂੰ ਕਿਸੇ ਨੇ ਦੱਸਿਆ, ਸਿਖਾਇਆ, ਸਮਝਾਇਆ, ਹੌਲੀ ਹੌਲੀ ਕਰਕੇ ਮੈਨੂੰ ਉਹ ਟੂਲ ਫੜਨਾ ਆ ਗਿਆ, ਨਾਮ ਆ ਗਏ, ਮੈਨੂੰ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋ ਗਈਆਂ। ਜਿੰਨੇ ਤੁਸੀਂ ਵਧੀਆ ਤਰੀਕੇ ਦੇ ਨੌਲੇਜ ਸੀਕਰ ਹੋਵੋਗੇ, ਉਸੇ ਤਰੀਕੇ ਦੀ ਤੁਹਾਡੀ ਫਿਰ ਜਿਹੜੀ ਹੈਗੀ ਏ ਕਪੈਸਿਟੀ ਬਣ ਜਾਏਗੀ, ਤੁਸੀਂ ਉਸੇ ਤਰੀਕੇ ਨਾਲ ਚੀਜ਼ਾਂ ਨੂੰ ਅਟੇਨ ਕਰ ਸਕੋਗੇ। ਜਿਹੜੇ ਲੋਕ ਕਿਸੇ ਦੀ ਸ਼ੈਡੋਇੰਗ ਦੇ ਵਿੱਚ ਬਹੁਤ, ਇਹ ਵੀ ਭਗਤੀ ਹੈ ਅਸਲ 'ਚ, ਇਹ ਸਾਰੀ ਭਗਤੀ ਹੈ। ਸਿੱਖੀ ਨੇ ਇਸੇ ਕਰਕੇ ਕਿਰਤ ਨੂੰ, ਜਿਹੜੀ ਸਪਿਰਿਚੁਅਲਿਟੀ ਹੈ, ਰੂਹਾਨੀਅਤ ਆ, ਉਹਦਾ ਅਸੈਂਸ਼ੀਅਲ ਪਾਰਟ ਮੰਨਿਆ। ਜਿਹੜਾ ਬੰਦਾ ਕਿਰਤੀ ਨਹੀਂ, ਉਹ ਜੋ ਮਰਜ਼ੀ ਹੋਏ, ਗੁਰਬਾਣੀ ਦੇ ਮੁਤਾਬਕ ਸਪਿਰਿਚੁਅਲ ਨਹੀਂ ਹੋ ਸਕਦਾ। We have to contribute in this world. ਵੱਖਰੇ ਵੱਖਰੇ ਨੇਚਰ ਨੇ, ਵੱਖਰੇ ਵੱਖਰੇ ਤਰੀਕੇ ਨੇ, ਕੋਈ ਕਿਸੇ ਢੰਗ ਨਾਲ ਪਾ ਰਿਹਾ, ਕਿਸੇ ਨਾਲ, ਬਟ you to have to contribute. ਅਦਰਵਾਈਜ਼ ਤੂੰ ਧਰਤੀ 'ਤੇ ਬੋਝ ਹੋ ਜਾਏਗਾ। ਇਸ ਲਈ ਜਿਹੜਾ ਇਸ ਪੱਖ ਭਗਤੀ ਦਾ ਰੂਪ ਆ, ਅਤੇ ਜਿਵੇਂ ਕੋਈ ਕਿਸੇ ਦਾ ਪ੍ਰੋਫੈਸਰ ਆ, ਕੋਈ ਕੋਚ ਆ, ਕੋਈ ਕਿਸੇ ਦਾ ਟੀਚਰ ਆ, ਕੋਈ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਸ਼ੈਡੋਇੰਗ ਦੇ ਰਿਹਾ ਹੈਗਾ, ਇੰਸਟਰਕਟਰ ਆ, ਜਦੋਂ ਬੰਦਾ ਉਹਨੂੰ ਬੜਾ ਕਲੋਜ਼ਲੀ ਫੋਲੋ ਕਰਦਾ ਹੈ, ਅਤੇ ਇੱਕ ਦਿਨ ਕੀ ਰਿਅਲਾਈਜ਼ ਕਰਦਾ ਆ ਕਿ ਮੈਂ ਰਿਹਾ ਹੀ ਨਹੀਂ ਗਾ। ਐਕਚੁਅਲੀ ਜਿਵੇਂ ਮੇਰਾ ਕੋਚ ਮੈਨੂੰ ਸਿਖਾ ਰਿਹਾ ਸੀਗਾ, ਟੂਡੇ ਆਈ ਐਮ ਬਿਹੇਵਿੰਗ ਕੰਪਲੀਟਲੀ ਲਾਈਕ ਦੈਟ। ਇੱਕ ਦਿਨ ਪਤਾ ਲੱਗਾ, ਜਿਵੇਂ ਮੇਰਾ ਗਾਈਡ ਮੈਨੂੰ ਸਿਖਾ ਰਿਹਾ ਸੀਗਾ, ਐਕਚੁਅਲੀ ਉਹ ਮੇਰੇ ਵਿੱਚੋਂ ਬੋਲ ਰਿਹਾ ਆ।
आई एम डूइंग द सेम वे। मैं उस स्कूल का फॉलोवर हो गया हूँ पूरी तरह। ये डिसाइपल हो जाना। ये एक्चुअल लैवल ते बंदा देखे तो जिहड़ा साडा जीवन है ये कच्ची मिट्टी है। इस कच्ची मिट्टी दे विच I have no clue if you guys are familiar with some kind of clay work or not. Otherwise जिहड़ी साडी आ मिट्टी हैगी है इस नूं वध तो वध मिट्टी 'च खेडना चाहिदा है। ये सही रूप दे इस बीइंग दा जिहड़ी साडी असल जीवन जिहड़ी सेल्फ है साडी इहदा कह लो कि इहदा ट्रीटमेंट आ। इहदी अज इम्यूनिटी की गल हो रही है इस नोबल वायरस के विच ते मन्निया जा रहा है जिन्हां लोकां दा मिट्टी नाल संबंध ज़्यादा आ वो लोग ज़्यादा वधिया तरीके दे नाल इस सारी पैंडैमिक विचों निकल सकते हैं। उन्हां दी इम्यूनिटी किते स्ट्रोंग आ। हुण ये मिट्टी नाल संबंध जिहड़ा रिश्ता जिहड़ा आ हालांकि जिन्ने असीं बहुत ज़्यादा साफ एनवायरनमेंट की गल कर रहे हैं असी मिट्टी तो दूर हो रहे हैं। तो इत्थे ही फिर असी एक डिफरेंट किस्म का कैमिकल बेस्ड ते सम काइंड ऑफ मैटल बेस्ड ते टॉक्सिक्स काइंड ऑफ बेस्ड जिहड़ा हैगा उस किस्म का पोल्यूशन क्रिएट कर रहे हैं जिहड़ा साडे लिए भी हार्मफुल आ होर आले दुआले भी हार्मफुल आ। पर जे आपां मिट्टी दे नाल जुड़ांगे मैं अजे हुणे भगत फरीद जी दे बचन बयान कर रहा सीगा वो जो जिक्र करदे फरीदा खाक ना निंदी है खाक मिट्टी नूं क्या गया इहदे तो परहेजगार ना हो ये तो दूर ना जा। खाकू जेड़ ना कोई मिट्टी वर्गी तो कोई चीज़ है ही नहीं। मिट्टी तो वधिया चीज़ की होएगी। मिट्टी दे विच तुसीं एक छोटा जिहा सीड लगाउंदे हो थोड़े दिनां दे विच मिट्टी उहदा फुੱਲ बना दिंदी है बूटा बना दिंदी है फल बना दिंदी है बिरख बना दी। क्या कमाल है। वो मिट्टी ही किसी तरीके नाल जिहड़ी इवॉल्व हो के करदियां कुछ बनी तो उस चीज़ नूं खा के आ जिहड़ा सारे दा सारा स्ट्रक्चर आ ये एक्यूमुलेट हो गया ये बन गया इहदी शेप बन गई सारे दी सारी मिट्टी तो है होर की है। तो बंदा उस मिट्टी तो परहेजगार होंदा है। मैनूं याद आ मैं एक वारी एक मैंटल हैल्थ के प्रोग्राम विच सीगा एंड उहदे अंदर वो जिहड़ा हैगा आ जिन्हां लोकां नूं थोड़ा जिहा रिस्क मैनेज नहीं सी करना होंदा लाइफ दे विच पीपल हू आर स्ट्रगलिंग विद द रिस्क मैनेजमेंट जिवें OCD वगैरह के डिसऑर्डर्स वगैरह हो जाते हैं। पीपल आर टेकिंग एवरीथिंग सो सीरीयसली एंड सो लिटरली जिवें सपोज करो उन्होंने लगता कि नहीं मैं इस चीज़ को छू लिया नाउ आई हैव टू वॉश माई हैंड्स। वो कोई बंदा जिहड़ा है दरवाजे में टच कर गया हैव टू क्लीन द नॉब इस किस्म के नाल मेन दे आर नॉट एबल टू भी सही रूप में जिंदगी थोड़ा बहुत रिस्क लाओगे ना मैनेज करके लाओगे। वो बिल्कुल वॉक भी नहीं कर दरवाजा भी नहीं खोलते किसी को मिलते भी नहीं आइसोलेट हो जाते इस रूप के। हालांकि इस पैंडैमिक तो बाद इस चीज़ का भी डर वड्डे लैवल पर बन रहा है कि देयर वुड बी बिग अमाउंट ऑफ पीपल हु गोना हैव दिस काइंड ऑफ बिहेवियर क्योंकि एक तरह का वो सारा कल्चर बनता लगा जा रहा है। खैर मैं वो प्रोग्राम दे विच सीगा तो उस प्रोग्राम दे विच की सिखाउंदे वो सिखाउंदे मड वॉकिंग। मींह पै रहा तो किसी कंट्री साइड लै गए जंगल के इलाके दे विच ते उत्थे जाके कच्चा राह आ तो क्या चलो भाई तुरो हुण मड वॉक ओ माई गॉश थले पैर रखांगा माई शूज़ गोना भी एक्चुअली गेट डर्टी और गेट एक्चुअली मडी हो जाएंगे तो गारे ना भर जाएंगे। वो कहते इट्स ओके लेट्स गो असी धो देंगे तुसी चलो कपड़े खराब हो जाएंगे मैं तो डिग जावांगा मिट्टी है और की है। ये संसार जिहड़ा आ इहदे च तुसी जीण दी जाच सिखो। इहदे च एक दूजे दी नाल प्यार स्नेह असी बड़े अपने आप नूं वल्नरेबल मन्ने नो 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 आई कैन नॉट एक्चुअली टॉक अबाउट माई फीलिंग्स टूवर्ड एनीवन। एरोगेंट इत्थों ही बनता बंदा। ये पहली स्टेज आ। सैकेंड स्टेज ये हैगी है कि बंदा इस लैवल ते आ जाता है कि जो मैं हाँ डरिया वां बड़ा उस रूप में बट आई वॉन्ट टू शो अदर्स ओ आई एम वेरी स्ट्रोंग पर्सन आई नो एवरीथिंग इनसाइड मी आई नो आई डोंट नो एनीथिंग
ਪਤਾ ਨਹੀਂ ਸਮ ਹਾਓ ਆਈ ਐਮ ਮੈਨੇਜਿੰਗ ਦਿਸ ਲਾਈਫ ਸਮ ਹਾਓ। ਹੁਣ ਆਹ ਜਿਹੜਾ ਰੂਪ ਆ, ਮੈਂ ਜੇ ਆਪ ਇਹੋ ਜਿਹਾ ਡੂਅਰ ਬਣਾਂਗਾ, ਇਹੋ ਜਿਹਾ ਕਰਨ ਵਾਲਾ ਬਣਾਂਗਾ, ਕੀ ਕਰਾਂਗਾ ਫਿਰ? ਆਮ ਗੋਨਾ ਕ੍ਰੀਏਟ ਬਿਗ ਟਾਈਮ ਮੈਸ। ਉਹ ਸਾਰੀ ਬਾਤ ਜਿਹੜੀ ਹੈ, ਇਸ ਕਰਕੇ ਗੁਰਮਤ ਨੇ ਕਿਹਾ ਕਿਉਂ ਨਹੀਂ ਐਕਸੈਪਟ ਕਰ ਲੈਂਦਾ, ਆਈ ਡੋਂਟ ਨੋ ਐਨੀਥਿੰਗ, ਮੈਨੂੰ ਲਰਨ ਕਰਨੀ ਚਾਹੀਦੀ ਹੈ। ਮੈਂ ਸਿੱਖਾਂ, ਕੋਈ ਵੀ ਸ਼ਖਸ ਆਲੇ ਦੁਆਲੇ, ਸਪੋਜ਼ ਕਿਸੇ ਤਰੀਕ ਦੇ ਵਿੱਚ ਵੀ ਗੱਲ ਹੈ, ਸਿੱਖੀ ਪਰਸਪੈਕਟਿਵ ਵਿੱਚ ਬਾਤ ਕਰੋ। If you're doing something and someone else is criticizing, you're saying, no, this is not the way to do. Tonu go be, thank you very much. You were actually giving me some kind of wise advice. But please, can you teach me how to do it? ਤੁਸੀਂ ਅਗਲੇ ਨੂੰ ਇੰਪਾਵਰਮੈਂਟ ਦੇ ਦਿੱਤੀ, ਮੈਨੂੰ ਠੀਕ ਕਰ, ਮੈਂ ਇਸ ਰੂਪ ਵਿੱਚ ਤੇਰੇ ਨਾਲ ਜਿਹੜਾ ਹੈਗਾ ਰਾਫਤਾ ਕਰ ਰਿਹਾ ਹੈਗਾ। ਤੇ ਗੁਰੂ ਮਹਾਰਾਜ ਨੇ ਕਿਹਾ ਹੋ ਸਕਦਾ ਸੰਸਾਰ ਤੇ ਕੋਈ ਸਿਖਾ ਨਾ ਸਕੇ ਤੈਨੂੰ, ਤੂੰ ਗੁਰੂ ਇੰਸਟੀਟਿਊਸ਼ਨ ਨਾਲ ਆਪਣੀ ਐਸੋਸੀਏਸ਼ਨ ਬਿਲਡ ਕਰੇ, ਗੁਰੂ ਸਿਖਾਏਗਾ ਤੈਨੂੰ। ਇਸ ਕਰਕੇ ਸਿੱਖ ਜਿਹੜਾ ਗੁਰੂ ਕਾ ਸਿੱਖ ਹੈ, ਉਹ ਗੁਰੂ ਕੋਲ ਆਉਂਦਾ ਤੇ ਗੁਰੂ ਨੂੰ ਕਹਿੰਦਾ ਮੈਨੂੰ ਸਿਖਾ। ਤੇ ਫਿਰ ਗੁਰਮਤਿ ਆਸ਼ੇ ਦੇ ਵਿੱਚ ਸਾਡੀ ਇੱਕ ਜਿਹੜੀ ਪੂਰੀ ਕਮਿਊਨਿਟੀ ਦਾ ਇੱਕ ਰੂਪ ਆ, ਉਹਦੇ 'ਚ ਕਈ ਵਾਰੀ ਅਸੀਂ ਸਿੱਖੀ ਦੀਆਂ ਉਹ ਜਿਹੜੀਆਂ ਵੈਲਿਊਜ਼ ਨੇ ਉਹਨਾਂ ਨੂੰ ਉਸ ਤਰੀਕੇ ਨਾਲ ਐਕਸਰਸਾਈਜ਼ ਵੀ ਨਹੀਂ ਕਰ ਪਾ ਰਹੇ। ਸਾਡਾ ਜਦੋਂ ਇੱਕ ਦੂਜੇ ਨੂੰ ਦੱਸਣਾ ਸਿਖਾਉਣਾ ਇਹ ਸਭ ਆ, ਇਸ ਤਰ੍ਹਾਂ ਕਿ ਸਿੱਖੀ ਵੱਡਾ ਪਰਿਵਾਰ ਆ, ਤੇ ਜੇ ਕੋਈ ਗਲਤੀ ਕਰਦਾ, ਮਿਸਟੇਕ ਕਰਦਾ, ਕੁਛ ਕਰਦਾ, ਉਹਦੀ ਬਾਂਹ ਫੜੀ ਦੀ, ਓਕੇ ਕੋਈ ਗੱਲ ਨਹੀਂ, ਐਵੇਂ ਨਹੀਂ ਬੱਚੇ ਇਸ ਤਰ੍ਹਾਂ ਕਰਨਾ ਹੈਗਾ। ਇਹਦੇ ਨਾਲ ਸਾਡੀ ਤੇ ਸਾਡੇ ਪੂਰੇ ਸਮਾਜ ਦੀ ਬੈਟਰਮੈਂਟ ਹੋ ਸਕਦੀ ਹੈ, ਇਨਸਾਨੀਅਤ ਦੀ ਜਿਹੜੀ ਹੈਗੀ ਹੈ ਉਹਦੀ ਅਪਲਿਫਟਿੰਗ ਹੋ ਸਕਦੀ ਹੈਗੀ ਹਰ ਲੈਵਲ 'ਤੇ। ਗੁਰੂ ਬਾਬਾ ਜੀ ਕਹਿੰਦੇ ਇਸ ਅਹਿਸਾਸ ਬੰਦੇ ਦੇ ਵਿੱਚ ਹੋਏ, ਪਰ ਇਹਦੀ ਸ਼ੁਰੂਆਤ ਆਪੋ ਆਪਣੇ ਢੰਗ ਨਾਲ ਇੰਡੀਵਿਜੂਅਲਸ ਅਸੀਂ ਸਾਰੇ ਆਪੋ ਆਪਣੇ ਰੂਪ ਵਿੱਚ ਕਰਾਂਗੇ। ਜਿਹਦੀ ਸ਼ੁਰੂਆਤ ਇਸ ਸ਼ਬਦ 'ਚ ਮਹਾਰਾਜ ਜ਼ਿਕਰ ਕਰਦੇ ਨੇ, ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ, ਮੇਰੇ ਤੋਂ ਕੁਝ ਨਹੀਂ ਹੋਣਾ, ਮੈਂ ਇਸ ਕੈਪੇਬਲ ਨਹੀਂ ਹੈਗਾ ਕਿ ਮੈਂ ਸਭ ਕਾਸੇ ਨੂੰ ਠੀਕ ਤਰ੍ਹਾਂ ਜੀ ਸਕਾਂ, ਸਹੀ ਚੋਇਸਿਸ ਬਣਾ ਸਕਾਂ, ਸਾਰੇ ਰੂਪ ਨੂੰ ਮੈਂ ਜਿਹੜਾ ਹੈਗਾ ਸਹੀ ਰਿਜ਼ਲਟ ਤੱਕ ਲਿਜਾ ਸਕਾਂ। ਆਈ ਡੋਂਟ ਹੈਵ ਦੈਟ ਮਚ ਕੈਪੇਬਿਲਿਟੀ। ਉਹ ਅਕਾਲ ਪੁਰਖ ਵਾਹਿਗੁਰੂ ਮੇਰੇ ਰਾਮ ਮੁਝ ਤੇ ਕਛੂ ਨਾ ਹੋਈ, ਆਪੇ ਕਰਤਾ ਆਪ ਕਰਾਏ, ਤੂੰ ਕਰਨ ਵਾਲਾ ਆ, ਤੂੰ ਮੇਰੇ ਵਿੱਚ ਵਰਤ ਕੇ ਇਸ ਚੀਜ਼ ਨੂੰ ਕਰਾ। ਜੇ ਮੈਂ ਬੇਨਤੀ ਕੀਤੀ ਤੁਹਾਨੂੰ ਕੁਝ ਨਹੀਂ ਆਉਂਦਾ, ਤੁਸੀਂ ਆਪਣੇ ਗਾਈਡ ਕੋਲ ਜਾਂਦੇ ਹੋ, ਕੋਚ ਕੋਲ ਜਾਂਦੇ ਹੋ, ਆਪਣੇ ਇੰਸਟਰਕਟਰ ਕੋਲ ਜਾਂਦੇ ਹੋ, ਟੀਚਰ ਕੋਲ ਜਾਂਦੇ ਹੋ, ਉਹਨੂੰ ਇਮਾਨਦਾਰੀ ਨਾਲ ਕਹਿੰਦੇ ਹੋ ਆਈ ਡੋਂਟ ਨੋ ਹਾਊ ਟੂ ਡੂ ਦਿਸ ਥਿੰਗ। ਅਤੇ ਜੇ ਉਹ ਵਾਕਿਆ 'ਚ ਉਹ ਤੁਹਾਡਾ ਮਾਸਟਰ ਆ, ਟੀਚਰ ਆ, ਉਹ ਕਹਿੰਦੇ ਇਟਸ ਓਕੇ, ਮੈਂ ਤੈਨੂੰ ਸਿਖਾਵਾਂਗਾ, ਮੈਂ ਹੈਲਪ ਕਰਾਂਗਾ। ਫਿਰ ਇੱਕ ਦਿਨ ਕਰਦਿਆਂ ਤੁਸੀਂ ਕਰਨ ਲੱਗ ਜਾਂਦੇ ਹੋ। ਅਤੇ ਜਦੋਂ ਫਿਰ ਕੋਈ ਤੁਹਾਨੂੰ ਦੱਸਦਾ ਵੀ ਹੈਗਾ ਕਿ ਯੈਸ ਨਾਓ ਯੂ ਆਰ ਐਕਚੁਅਲੀ ਕੈਪੇਬਲ, ਯੂ ਆਰ ਏਬਲ ਟੂ ਡੂ ਸਮਥਿੰਗ, ਤੁਸੀਂ ਫਿਰ ਕਹਿੰਦੇ ਨੋ ਯੂ ਨੋ ਆਈ ਵਾਜ਼ ਨਥਿੰਗ, ਮੈਂ ਤਾਂ ਕੱਚੀ ਮਿੱਟੀ ਸੀਗੀ ਜਿੱਥੋਂ ਬਾਤ ਸ਼ੁਰੂ ਕੀਤੀ ਸੀਗੀ। ਇਸ ਕੱਚੀ ਮਿੱਟੀ ਨੂੰ ਕਿਸੇ ਨੇ ਸ਼ੇਪ ਦੇ ਦਿੱਤੀ। ਜਿਹੜੀ ਮਿੱਟੀ ਸ਼ੇਪ ਲੈਣਾ ਚਾਹੁੰਦੀ ਹੈ ਉਸ ਨੂੰ ਬਹੁਤ ਨਰਮ ਹੋਣਾ ਪਏਗਾ। ਜੋ ਸਖਤ ਹੋਏਗੀ, ਐਰੋਗੈਂਟ ਜਿੱਥੋਂ ਬਾਤ ਕੀਤੀ ਸੀ ਸ਼ੁਰੂ, ਜੋ ਕੁਝ ਕਹੇਗੀ ਕਿ ਨੋ ਮੈਂ ਤਾਂ ਕੁਛ ਨਹੀਂ, ਮੈਂ ਤਾਂ ਡੱਡ ਹੀ ਰਹਿਣਾ, ਮੈਂ ਬਣਨਾ ਨਹੀਂ, ਮੈਂ ਉਸ ਕਲੇ ਦੇ ਵਿੱਚ ਕਨਵਰਟ ਨਹੀਂ ਹੋਣਾ, ਉਸ ਡੋ ਦੇ ਵਿੱਚ ਕਨਵਰਟ ਨਹੀਂ ਹੋਣਾ, ਦੈਨ ਉਹਦਾ ਕੁਛ ਨਹੀਂ ਹੋ ਪਾਏਗਾ। ਇਹ ਚੀਜ਼ ਹੈ, ਆਪਣੇ ਆਪ ਨੂੰ ਆਪਣੇ ਉਸ ਐਨਵਾਇਰਮੈਂਟ ਦੇ ਹਵਾਲੇ ਕਰੋ ਜਿਹੜਾ ਐਨਵਾਇਰਮੈਂਟ ਗੁਰੂ ਬਾਬਾ ਜੀ ਨੇ ਤੁਹਾਨੂੰ ਦਿੱਤਾ ਆ। ਉਹਦੇ ਵਿੱਚ ਜੋ ਤੁਹਾਡਾ ਰੋਲ ਬਣਦਾ ਆ, ਉਹਦੇ 'ਚ ਰੋਲ ਇਹ ਹੈ, ਸਪੋਜ਼ ਕੋਈ ਬੱਚਾ ਸਟੂਡੈਂਟ ਹੈ, ਉਹਨੂੰ ਸਟੂਡੈਂਟ ਦਾ ਰੋਲ ਅਦਾ ਕਰਨਾ ਚਾਹੀਦਾ ਹੈ। ਉਹਦੇ ਲਈ ਉਹੋ ਜਿਹੀ ਜੋ ਲਾਈਫ ਸਟਾਈਲ ਉਵੇਂ ਦਾ ਅਡੋਪਟ ਕਰੇ, ਉਹੋ ਜਿਹੀ ਪਲਾਨਿੰਗ ਕਰੇ, ਉਸੇ ਤਰੀਕੇ ਨਾਲ ਐਫਰਟ ਪਾਏ, ਸਭ ਯਤਨ ਕਰੇ, ਅਤੇ ਇੱਕ ਦਿਨ ਕਰਤੇ ਦੀ ਕੁਦਰਤ ਉਸ ਨੂੰ ਉਸ ਲੈਵਲ 'ਤੇ ਲੈ ਆਵੇਗੀ। ਜੋ ਕਿਤੇ ਕੋਈ ਵਰਕਰ ਆ, ਕੋਈ ਕੰਮਕਾਰ ਕਰਦਾ, ਉਹਦੇ ਐਨਵਾਇਰਮੈਂਟ ਨੂੰ ਅਡੋਪਟ ਕਰੇ ਉਸ ਰੂਪ ਦੇ ਵਿੱਚ। ਹਾਂ, ਕਿਸੇ ਤਰੀਕੇ ਨਾਲ ਚੀਟ ਨਾ ਕਰੇ, ਨਾ ਆਪਣੇ ਨਾਲ ਨਾ ਕਿਸੇ ਦੇ ਨਾਲ, ਐਥੀਕਲੀ ਬੈਂਕਰਪਟ ਨਾ ਹੋਏ ਇਹ ਚੀਜ਼ ਦੇ ਵਿੱਚ, ਅਤੇ ਭਰੋਸਾ ਕਰਤਾਰ 'ਤੇ ਰੱਖੇ। ਇਹ ਸ਼ਬਦ ਦੀ ਮੁੱਖ ਰੂਪ ਵਿੱਚ ਇਹਦੇ 'ਚ ਸੰਦੇਸ਼ ਆ। ਗੁਰੂ ਬਾਬਾ ਜੀ ਦੀ ਬਿਆਨ ਕਰਦੇ ਕਿ ਆਪੇ ਕਰਤਾ ਆਪ ਕਰਾਏ, ਸਰਬ ਨਿਰੰਤਰ ਸੋਈ, ਅਤੇ ਬਿਨਾਂ ਵਿਤਕਰੇ ਤੋਂ ਸਭ ਵਿੱਚੋਂ ਵਸ ਰਿਹਾ ਹੈਗਾ। ਜਦੋਂ ਅਸੀਂ ਸਾਡੀਆਂ ਜਿਹੜੀਆਂ ਹੋਪਸ ਨੇ, ਜੋ ਕਿ ਅਸੀਂ ਤ੍ਰਿਸ਼ਨਾ ਦੇ ਵਿੱਚ ਜੀਨੇ ਹਾਂ ਜ਼ਿਆਦਾਤਰ। ਤ੍ਰਿਸ਼ਨਾ ਮੀਨ ਜੋ ਮੇਰੇ ਕੋਲ ਆ, ਜੋ ਮੈਨੂੰ ਪ੍ਰਾਪਤ ਆ, ਜੋ ਮੈਨੂੰ ਮਿਲਿਆ ਆ, ਆਈ ਐਮ ਨੋਟ ਏਬਲ ਟੂ ਸੀ ਦੋਜ਼ ਅਚੀਵਮੈਂਟਸ, ਦੋਜ਼ ਕਾਈਂਡ ਆਫ ਜਿਹੜੀਆਂ ਗੁੱਡੀਜ਼ ਨੇ, ਜਿਹੜੀਆਂ ਚੰਗੀਆਂ ਚੀਜ਼ਾਂ ਨੇ, ਮੈਂ ਦੇਖ ਨਹੀਂ ਪਾ ਰਿਹਾ। ਮੈਨੂੰ ਕੀ ਹੈ,
ਮੈਨੂੰ ਆਲੇ ਦੁਆਲੇ ਦੇਖ ਰਿਹਾ ਵੀ ਯੈਸ ਅਦਰ ਪੀਪਲ ਹੈਵ ਮੋਰ ਗੁੱਡੀਜ਼, ਅਦਰ ਪੀਪਲ ਹੈਵ ਮੋਰ ਅਪਰਚੁਨਿਟੀਜ਼, ਅਦਰ ਪੀਪਲ ਹੈਵ ਮੋਰ ਸਟਫ ਕੰਪੇਅਰ ਟੂ ਮੀ, ਦੇ ਹੈਵ ਮੋਰ ਪਰਕਸ, ਦੇ ਹੈਵ ਮੋਰ ਕਾਈਂਡ ਆਫ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਉਹਨਾਂ ਕੋਲ ਜ਼ਿਆਦਾ ਉਹ ਸਭ ਚੀਜ਼ਾਂ ਨੇ। ਇਹ ਫਿਰ ਤ੍ਰਿਸ਼ਨਾ ਪੈਦਾ ਕਰਦੀਆਂ ਨੇ। ਫਿਰ ਲੱਗਦਾ ਇਹ ਹੈ ਕਿੰਨਾ ਹੋਏ ਵਧੀਆ ਜੇ ਮੈਂ ਉੱਥੇ ਜਲਦੀ ਪਹੁੰਚ ਜਾਵਾਂ। ਅਤੇ ਉਹਦੇ ਲਈ ਫਿਰ ਸਾਡਾ ਜਿਹੜਾ ਕਲੈਵਰ ਮਾਈਂਡ ਆ, ਜਿਹੜਾ ਕਈ ਵਾਰੀ ਸਾਨੂੰ ਸਭ ਤੋਂ ਜ਼ਿਆਦਾ ਮਾਰਦਾ ਆ, ਉਹ ਫਿਰ ਔਨ ਹੋ ਜਾਂਦਾ ਆ। ਉਹ ਫਿਰ ਇਹੋ ਜਿਹੇ ਰਾਹ ਇਸ ਤਰੀਕੇ ਨਾਲ ਲੱਭਣੇ ਸ਼ੁਰੂ ਕਰ ਦਿੰਦਾ ਆ। ਐਂਡ ਆਫ ਦਾ ਡੇ ਅਸੀਂ ਸਭ ਕੁਝ ਹੀ ਲੂਜ਼ ਕਰ ਜਾਂਦੇ ਹਾਂ। ਗੁਰੂ ਬਾਬਾ ਜੀ ਇਹਨੂੰ ਹੀ ਕਹਿੰਦੇ ਗੁਨਾਹ ਐਵੇਂ ਨਹੀਂ ਹੁੰਦੇ, ਗੁਨਾਹ ਇੱਥੋਂ ਹੁੰਦੇ ਨੇ। ਬੰਦਾ ਇੱਥੋਂ ਹੀ ਜਿਹੜਾ ਹੈ ਗਲਤ ਰਾਹ, ਜਿਹੜਾ ਹੈ ਰੋਂਗ ਪਾਥ ਜਿਹਨੂੰ ਕਹਿੰਦੇ ਰੋਂਗ ਚੋਇਸਿਸ ਜਿਹੜੀਆਂ ਨੇ ਉਹਨਾਂ ਨੂੰ ਬਿਲਡ ਕਰਨੀਆਂ ਸ਼ੁਰੂ ਕਰਦਾ ਆ। ਸਿੱਖੀ ਇਹੀ ਸਿਖਾਉਂਦੀ ਹੈ ਸਭ ਕੁਝ ਕਮਾ, ਸਭ ਕੁਝ ਬਣਾ, ਪਾਥ ਸਹੀ ਹੋਣਾ ਚਾਹੀਦਾ ਹੈਗਾ। ਉਹ ਕਰਤੇ ਦਾ ਪਾਥ ਆ। ਜੋ ਮਿਲਿਆ, ਜੋ ਕੁਝ ਤੇਰੇ ਕੋਲ ਹੈ ਉਹ ਸਾਰੇ ਨੂੰ ਪ੍ਰੋਪਰਲੀ ਅਵੇਲ ਕਰ। ਜੋ ਚਾਹੀਦਾ ਉਹਦੇ ਵਾਸਤੇ ਅਰਦਾਸ ਕਰ ਅਤੇ ਐਫਰਟ ਪਾ। ਰੈਸਟ ਆਫ ਇਟ ਲੀਵ ਟੂ ਵਰਡ ਆਲਮਾਈਟੀ ਵਾਹਿਗੁਰੂ ਜੀ, ਵਾਹਿਗੁਰੂ ਵਿਲ ਬਲੈਸ ਯੂ। ਇਹਦੇ 'ਚ ਗੁਰੂ ਬਾਬਾ ਜੀ ਨੇ ਬਾਤ ਕੀਤੀ। ਮਹਾਰਾਜ ਕਹਿੰਦੇ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਸਭ ਵਿੱਚ ਰਵ ਰਿਹਾ, ਆਪ ਕਰੇ ਕਰਨ ਕਰਾਉਣ ਵਾਲਾ। ਮੈਂ ਤਾਂ ਜਸਟ ਉਸ ਚੀਜ਼ ਨੂੰ ਫੋਲੋ ਕਰਦਾ ਹੋਇਆ ਤੁਰਿਆ ਜਾਵਾਂ। ਇਹ ਰਹਾ ਉਹਦਾ ਬੰਦ ਆ। ਹੁਣ ਸ਼ੁਰੂਆਤੀ ਪਦਾ ਆ ਜਬ ਕਛ ਨਾ ਸਿਓ ਤਬ ਕਿਆ ਕਰਤਾ ਕਵਨ ਕਰਮ ਕਰੇ ਆਇਆ। ਕਰਮ ਅਸੀਂ ਕਿਸਮਤ ਨੂੰ ਬੜਾ ਦੋਸ਼ ਦਿੰਦੇ ਹਾਂ, ਆਪਣੀ ਵੀ ਦੂਜਿਆਂ ਦੀ ਵੀ। ਫਿਰ ਕਰਮ ਦੀ ਗੱਲ ਵੀ ਬੜੀ ਹੁੰਦੀ ਆ। ਇੱਥੇ ਗੁਰੂ ਸਾਹਿਬ ਨੇ ਕਿਹਾ ਜਬ ਕਿਛ ਨਾ ਸਿਓ, ਜਦੋਂ ਕੁਝ ਵੀ ਨਹੀਂ ਸੀਗਾ। ਅਤੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਅਸੀਂ ਵੀ ਵਾਂਟ ਟੂ ਅੰਡਰਸਟੈਂਡ ਦੈਮ ਇਨ ਐਕਚੁਅਲੀ ਬਲਿੰਕ ਆਫ ਐਨ ਆਈ। ਉਹਦਾ ਰੀਜ਼ਨ ਇਹ ਹੈਗਾ ਕਿ ਸਾਨੂੰ ਹੁੰਦਾ ਕਿ ਸਾਨੂੰ ਚੀਜ਼ਾਂ ਰਾਈਟ ਵੇ ਸਮਝ ਆ ਜਾਣੀਆਂ ਚਾਹੀਦੀਆਂ ਨੇ। ਐਵੇਂ ਚੀਜ਼ਾਂ ਸਮਝ ਨਹੀਂ ਆਉਂਦੀਆਂ, ਜੀਵਨ ਲੱਗ ਜਾਂਦੇ ਕਈ ਵਾਰ ਚੀਜ਼ਾਂ ਨੂੰ ਸਹੀ ਪਰਸਪੈਕਟਿਵ ਦੇ 'ਚ ਅੰਡਰਸਟੈਂਡ ਕਰਦਿਆਂ ਹੋਇਆਂ। ਹੁਣ ਕੁਦਰਤ ਦਾ ਨਿਯਮ ਆ, ਇੱਕ ਹੌਸਪੀਟਲ ਆ, ਕੈਨੇਡਾ ਅਸੀਂ ਰਹਿ ਰਹੇ ਹਾਂ, ਕੈਨੇਡਾ ਦੇ ਵਿੱਚ ਹੈਲਥ ਕੇਅਰ ਯੂਨੀਵਰਸਲ ਹੈ, ਸਾਰਿਆਂ ਵਾਸਤੇ ਹੈ। ਹੌਸਪੀਟਲ ਦੇ ਵਿੱਚ ਜਿਹੜਾ ਹੈਗਾ ਆ ਜੋ ਮੈਟਰਨਿਟੀ ਉਹ ਵਾਲਾ ਪਾਸਾ ਹੈਗਾ, ਉਸ ਪਾਸੇ ਡਿਲੀਵਰੀਜ਼ ਹੋ ਰਹੀਆਂ ਨੇ। ਅਤੇ ਇੱਕੋ ਵਾਰਡ, ਇੱਕੋ ਉਹਦੇ ਅੰਦਰ ਬਿਲਡਿੰਗ ਦੇ ਰੂਫ ਦੇ ਵਿੱਚ ਇੱਕੋ ਡਾਕਟਰ, ਇੱਕੋ ਨਰਸਿਸ ਦੇ, ਉਹਨੇ ਇੱਕੋ ਸਮੇਂ ਦੇ ਵਿੱਚ 2 ਬੱਚਿਆਂ ਦੀ ਡਿਲੀਵਰੀ ਕੀਤੀ ਹੈ। ਇੱਕ ਬੱਚਾ ਡਿਲੀਵਰੀ ਹੁੰਦਿਆਂ ਨਾਲ, ਜਿਵੇਂ ਉਹਦੀ ਡਿਲੀਵਰੀ ਹੋਈ ਹੈ, ਪੈਦਾਇਸ਼ ਹੋਈ ਹੈ, ਉਹਦੇ ਹੌਸਪੀਟਲ ਦੇ ਵਿਜ਼ਿਟਿੰਗ ਸਪੋਜ਼ ਕਰੋ ਹਾਲ ਦੇ ਵਿੱਚ, ਮਤਲਬ ਹੁਣ ਕਰੋਨਾ ਸਮੇਂ ਦੀ ਗੱਲ ਨਹੀਂ ਕਰ ਰਹੀ, ਇਨ ਰੈਗੂਲਰ ਟਾਈਮਸ ਦੇ ਵਿੱਚ ਘੱਟ ਤੋਂ ਘੱਟ 50-60 ਮੈਂਬਰਸ ਆਰ ਵੇਟਿੰਗ। Once they get the news, yes, actually this family has been blessed with a baby boy or baby girl, and they're clapping, they are actually shouting, and they're sharing some kind of congratulations to each other, and all these things are happening. ਉਹਨੇ ਜਸਟ ਉਸ ਬੱਚੇ ਨੇ ਇੱਕ ਬਰਥ ਲਿਆ, ਇੱਕ ਜਿਹੜਾ ਹੈਗਾ ਬਰਥ ਹੀ ਲਿਆ ਹੈਗਾ, ਜਨਮ ਹੀ ਲਿਆ ਹੈਗਾ, ਅਤੇ ਉਹਨੂੰ ਇੰਨੇ ਸਾਰੇ ਉੱਥੇ ਬੁਕੇ ਆ ਰਹੇ ਨੇ, ਇੰਨਾ ਸਭ ਕੁਝ ਹੋ ਰਿਹਾ ਹੈਗਾ। ਸੇਮ ਉਸੇ ਡਾਕਟਰ ਨੇ, ਉਹਨਾਂ ਹੀ ਨਰਸਾਂ ਨੇ ਇੱਕ ਨਾਲ ਦੇ ਬੈੱਡ ਦੇ ਉੱਤੇ ਇੱਕ ਹੋਰ ਡਿਲੀਵਰੀ ਕੀਤੀ ਹੈ। ਅਤੇ ਉਹ ਕਾਫੀ ਦੇਰ ਬਾਅਦ ਜਦੋਂ ਲੇਡੀ ਨੂੰ ਹੋਸ਼ ਆਉਂਦੀ ਹੈ, ਤੁਹਾਨੂੰ ਦੱਸਿਆ ਜਾਂਦਾ ਹੈ ਕਿ ਯੈਸ ਯੂ ਆਲਸੋ ਹੈਵ ਬੀਨ ਬਲੈਸਡ ਵਿਦ ਏ ਬੇਬੀ ਗਰਲ ਔਰ ਬੋਏ, ਜੋ ਵੀ ਹੈ। ਅਤੇ ਕੋਈ ਫੈਮਿਲੀ ਮੈਂਬਰ ਨਹੀਂ ਗਾ ਬਾਹਰ, ਕੋਈ ਸੋਸ਼ਲ ਵਰਕਰ ਆਉਂਦਾ, ਉਹਦੀ ਫਾਈਲ ਬਣਾਉਂਦਾ ਹੈਗਾ, ਉਹਨੂੰ ਪੁੱਛਦਾ ਆ ਵੇਅਰ ਡੂ ਯੂ ਲਿਵ। ਉਹ ਕਹਿੰਦੇ ਆਈ ਡੋਂਟ ਹੈਵ ਐਨੀ ਪਲੇਸ, ਆਈ ਐਮ ਹੋਮਲੈਸ, ਆਈ ਵਾਜ਼ ਲਿਵਿੰਗ ਇਨ ਸ਼ੈਲਟਰ। ਓ ਮਾਈ ਗॉश। ਹੁਣ 2 ਬੱਚੇ ਨੇ, ਇੱਕ ਪਾਸੇ ਤੁਸੀਂ ਦੇਖੋ ਦੇ ਹੈਵਨਟ ਡਨ ਐਨੀਥਿੰਗ ਅੰਟਿਲ that present time, ਉਸ ਸਮੇਂ ਤੱਕ। ਪਰ ਉਹ ਦੋਨਾਂ ਰੂਪਾਂ ਦੇ ਵਿੱਚ ਫਿਰ ਲੋਕ ਕਈ ਵਾਰੀ ਕਹਿੰਦੇ ਨੇ ਭਾਈ ਸਾਹਿਬ ਫਿਰ ਇੱਥੇ ਕਿਸਮਤ ਨਾ ਹੋਈ, ਕਰਮ ਨਾ ਹੋਇਆ। ਇਹ ਜਿਹੜੀ ਹੈਗੀ ਹੈ, ਇਹ ਬੜੀ ਵੱਡੀ ਜਿਹਨੂੰ ਕਹਿ ਲਓ ਕਿ ਇੱਕ ਮਿਸਟਿਕ ਵਰਲਡ ਆ, ਜਿਸ ਦੇ ਬਾਬਤ ਅਸੀਂ ਸੋਚ ਸਕਦੇ ਹਾਂ ਉਮਰਾਂ ਤੱਕ, ਬਟ ਐਕਚੁਅਲੀ ਸਾਡੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਹੈਗੀ। ਹਾਂ, ਇੱਕ ਦਾ ਅਮੀਰ ਹੋਣਾ, ਵੀ ਆਰ ਥਿੰਕਿੰਗ ਇਟਸ ਏ ਬਲਿਸ, ਇਟਸ ਏ ਕਾਈਂਡ ਆਫ ਯੂ ਕੈਨ ਸੇ, ਇਹ ਜਿਹੜੇ ਹੈਗੇ ਨੇ ਇਹ ਉਸ ਜਿਹੜਾ ਆ ਬੜਾ
ਜਿਹਨੂੰ ਕਿਹਾ ਜਾਏ ਹੀ ਇਜ਼ ਬੋਰਨ, ਹੀ ਇਜ਼ ਐਕਚੁਅਲੀ ਹੈਵਿੰਗ ਦਿਸ ਲਾਈਫ, ਹੁਣ ਜਿਹਨੂੰ ਕਿਹਾ ਜਾਏ ਕਿ ਇੱਕ ਸਿਲਵਰ ਸਪੂਨ ਲਾਈਫ ਜਿਹੜੀ ਲੈ ਕੇ ਆਇਆ ਹੈਗਾ। ਦੂਸਰਾ ਬੱਚਾ ਜਿਹੜਾ ਹੈਗਾ ਉਹ ਤਾਂ ਵਿਚਾਰਾ ਬੜਾ ਅਨਫੋਰਚੂਨੇਟ ਹੈਗਾ, ਬੜਾ, ਅਤੇ ਉਹਦੇ 'ਤੇ ਜਿਹੜਾ ਉਹਨੇ ਦੁੱਧ ਵੀ ਪੀਣਾ ਹੈਗਾ ਉਹ ਵੀ ਗੌਰਮੈਂਟ ਦੀ ਏਡ ਦੇ ਉੱਤੇ ਉਹਦੀ ਮਾਂ ਨੂੰ ਜਿਹੜੇ ਪੈਸੇ ਮਿਲਣੇ ਨੇ ਉਹਨਾਂ ਦਾ, ਉਹਦਾ ਸੀਨੇ ਦਾ ਸ਼ੀਰ ਬਣਨਾ। ਅਤੇ ਉਹ ਮੇਨ ਦੈਟ ਇੰਡੀਵਿਜੂਅਲ ਇਜ਼ ਐਕਚੁਅਲੀ ਜਿਹੜੀ ਉਹਦੀ ਸਰਵਾਈਵਲ ਆ ਉਹੀ ਇੱਕ ਤਰ੍ਹਾਂ ਦੇ ਨਾਲ ਭਿੱਖਿਆ 'ਤੇ ਸ਼ੁਰੂ ਹੋ ਗਿਆ। ਸੋ ਇਸ ਰੂਪ ਵਿੱਚ ਅਸੀਂ ਲੈਂਦੇ ਹਾਂ, ਪਰ ਜੋ ਅਸੀਂ ਇਸੇ ਚੀਜ਼ ਨੂੰ ਅੱਗੇ ਜਾ ਕੇ ਦੇਖਦੇ ਹਾਂ ਤਾਂ ਇਹੋ ਜਿਹੇ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ। ਤੁਸੀਂ ਕਦੀ ਗੂਗਲ ਕਰਕੇ ਦੇਖਿਓ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟਸ ਬਣੇ ਨੇ, ਉਹਨਾਂ ਦੇ ਲਾਈਫਸ, ਉਹਨਾਂ ਦੀ ਜਿਹੜਾ ਹੈਗਾ ਰੂਟਸ ਆਫ ਦੇਅਰ ਲਾਈਵਸ, ਤੁਸੀਂ ਦੇਖਿਓ ਜਾ ਕੇ, ਤੁਹਾਨੂੰ ਪਤਾ ਲੱਗੇਗਾ ਆਹ ਕੀ ਬਣਿਆ ਹੈਗਾ। ਕਿੰਨਿਆਂ ਦੇ ਬਚਪਨ ਵਿੱਚ ਹੀ ਮਾਂ ਚਲੀ ਗਈ ਹੈ, ਪਿਤਾ ਚਲਾ ਗਿਆ, ਬੜੀ ਸਟਰਗਲ ਵਿੱਚੋਂ ਨਿਕਲ ਰਹੇ ਨੇ। ਦੂਸਰੇ ਪਾਸੇ ਇਹੋ ਜਿਹੇ ਲੋਕ ਤੁਹਾਨੂੰ ਕਿੰਨੇ ਮਿਲ ਜਾਣਗੇ। ਅਤੇ ਇਹਦੇ ਉੱਤੇ ਬੜੀ ਇੱਕ ਲੌਂਗਟੀਟਿਊਡ ਸਟੱਡੀ ਵੀ ਹੈਗੀ ਹਾਰਵਰਡ ਯੂਨੀਵਰਸਿਟੀ ਦੀ। ਇਹ ਸਾਰੇ ਦੇ ਬਾਬਤ ਜਦੋਂ ਅਸੀਂ ਦੇਖਦੇ ਹਾਂ, ਫਿਰ ਗੁਰਬਾਣੀ ਦਾ ਆਹ ਆਸ਼ਾ ਜਿਹੜਾ ਹੈਗਾ, ਜਬ ਕਛ ਨਾ ਸੀ ਉਹ ਤਬ ਕਿਆ ਕਰਤਾ, ਕਵਨ ਕਰਮ ਕਰੇ ਆਇਆ। ਸਾਨੂੰ ਕੋਈ ਪਤਾ ਨਹੀਂਗਾ, ਜਦੋਂ ਕੁਝ ਵੀ ਨਹੀਂ ਸੀਗਾ, ਕਿਹੜਾ ਕਰਮ ਕਰਕੇ ਬੰਦਾ ਧਰਤੀ 'ਤੇ ਆਇਆ ਹੈਗਾ। ਪਰ ਗੱਲ ਇਹ ਹੈ, ਜੋ ਕੁਝ ਉਹਨੂੰ ਮਿਲਿਆ ਆ, ਉਸ ਮਿਲੇ ਨੂੰ ਉਸਨੇ ਕਿਵੇਂ ਪਰਸੀਵ ਕੀਤਾ ਆ। ਫਿਰ ਇਹ ਵੀ ਐਨਵਾਇਰਮੈਂਟ ਵੀ ਬਹੁਤ ਕੁਝ ਸੈੱਟ ਕਰਦਾ ਸਭ ਚੀਜ਼ਾਂ, ਬਟ ਇਹੀ ਚੀਜ਼ ਆ ਗਰੀਬੀ, ਗੁਰਬਤ, ਬਹੁਤ ਚੀਜ਼ਾਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਇਹ ਬਹੁਤ ਗਲਤ ਚੀਜ਼ਾਂ ਨੇ, ਇਹ ਬੜੀਆਂ ਮਾੜੀਆਂ ਚੀਜ਼ਾਂ ਨੇ। ਹਾਲਾਂਕਿ ਦਾਨੇ ਲੋਕ ਕਹਿੰਦੇ ਨੇ ਇਹ ਤੁਹਾਨੂੰ ਸਿਖਾ ਦਿੰਦੀਆਂ ਨੇ ਬਹੁਤ ਕੁਛ, ਤੁਹਾਨੂੰ ਘੜ ਦਿੰਦੀਆਂ ਨੇ, ਤੁਹਾਨੂੰ ਬਣਾ ਦਿੰਦੀਆਂ ਨੇ, ਉਸ ਜਗ੍ਹਾ 'ਤੇ ਲੈ ਜਾਂਦੀ ਤੁਸੀਂ ਸੋਚ ਵੀ ਨਹੀਂ ਸਕਦੇ। ਜਿਹੜੇ ਲੋਕ ਬੜੇ ਜ਼ਿਆਦਾ ਕਈ ਵਾਰੀ ਬਹੁਤ ਸਾਰੀਆਂ ਫੈਸਿਲਿਟੀਜ਼ ਦੇ ਨਾਲ ਅਤੇ ਬੜੇ ਲਗਜ਼ਰੀਅਸ ਲਾਈਫ ਸਟਾਈਲ ਦੇ ਨਾਲ ਹੁੰਦੇ ਨੇ, ਉਹਨਾਂ ਨੂੰ ਜ਼ਿੰਦਗੀ ਦੀ ਹਕੀਕਤ ਦਾ ਵੀ ਪਤਾ ਨਹੀਂ ਹੁੰਦਾ। ਇੱਥੇ ਗੁਰੂ ਮਹਾਰਾਜ ਨੇ ਜਿਹੜੇ ਬਖਸ਼ਿਸ਼ ਕੀਤੀ, ਮਹਾਰਾਜ ਬਿਆਨ ਕਰਦੇ ਨੇ ਕਿ ਬੰਦੇ ਕਰਤੇ ਦੇ ਵੱਡੇ ਹੁਕਮ ਨੂੰ ਅੰਡਰਸਟੈਂਡ ਕਰ, ਐਵੇਂ ਪ੍ਰੀ ਡਿਸਾਈਡਡ ਥਾਟ ਨਾ ਲੈ ਕੇ ਆ, ਫਲਾਣਾ ਕਿਸਮਤ ਵਾਲਾ, ਮੈਂ ਕਿਸਮਤ ਵਾਲਾ, ਜਾਂ ਮੈਂ ਘੱਟ ਕਿਸਮਤ ਵਾਲਾ, ਫਲਾਂ ਜ਼ਿਆਦਾ ਕਿਸਮਤ ਵਾਲਾ। ਇਹ ਸਭ ਚੀਜ਼ਾਂ ਤੋਂ ਬਾਹਰ ਆ ਜਾ। ਇੰਝ ਸਮਝ ਕਿ ਸਾਡੇ ਸਾਰਿਆਂ ਵਾਸਤੇ ਇਹ ਜਿਹੜਾ ਲਾਈਫ ਦਾ ਬੈਟਲ ਆ, ਗਰਾਊਂਡ ਆ, ਇਹ ਕੁਦਰਤ ਨੇ ਤੈਅ ਕਰਕੇ ਦਿੱਤਾ ਹੈ। ਇਹਦੇ ਵਿੱਚ ਜਿੰਨਾ ਰੋਲ ਬਣਦਾ, ਉਹਨੂੰ ਆਪਣੇ ਇਨਰ ਇੰਸਟਿੰਕਟ ਨੂੰ, ਜਿਹੜਾ ਵਿਵੇਕ ਆ, ਉਹਨੂੰ ਇਸਤੇਮਾਲ ਕਰਦੇ ਹਾਂ ਸਹੀ ਰੂਪ ਵਿੱਚ ਉਹਨੂੰ ਫੁਲਫਿਲ ਕਰ। ਉਹਦੀ ਬਾਤ ਹੋ ਰਹੀ ਹੈ, ਜਬ ਕਛੂ ਨਾ ਸੀਓ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ, ਆਪਣਾ ਖੇਲ ਆਪ ਕਰ ਦੇਖਾ। ਉਹ ਜਿਹੜਾ ਖੇਡ ਬਣਾਇਆ ਇਹ ਵੀ ਉਹਨੇ ਕਰਤੇ ਨੇ ਬਣਾਇਆ, ਤੇ ਆਪ ਵੇਖ ਰਿਹਾ ਸਾਰੇ ਖੇਡ ਨੂੰ ਬਣਾ ਕੇ। ਠਾਕੁਰ ਰਚਨ ਰਚਾਇਆ, ਉਸ ਠਾਕੁਰ, ਠਾਕ ਕਹਿੰਦੇ ਨੇ ਹੁਕਮ ਨੂੰ, ਜਿਹੜਾ ਉਹਦਾ ਹੁਕਮ ਆ, ਉਹਦੇ ਵਿੱਚ ਜਿਹੜੀ ਹੈ ਇਹ ਰਚਨ ਰਚਾਇਆ, ਉਹਨੇ ਰਚਨ ਰਚਾਇਆ ਹੋਇਆ ਸਾਰਾ ਉਸ ਰੂਪ ਦੇ ਵਿੱਚ। ਗੁਰਮਤ ਸਕੂਲ ਆਫ ਥਾਟ ਦਾ ਇਹ ਸਾਰਾ ਜਿਹੜਾ ਹੈਗਾ ਇਹ ਬੜਾ ਨਵੇਕਲਾ ਅਤੇ ਯੂਨੀਕ ਰੰਗ ਆ। ਅਦਰਵਾਈਜ਼ ਅਸੀਂ ਲੋਕ ਜਿੰਨੇ ਭਾਰਤੀ ਖਿੱਤੇ ਦੇ ਵਿੱਚ ਸੁਪਰਸਟੀਸ਼ਨਸ ਹੈਗੇ ਨੇ, ਦੁਨੀਆ ਸ਼ਾਇਦ ਕਿਤੇ ਤੁਹਾਨੂੰ ਮਿਲਣਗੇ। ਅਤੇ ਉਹਦੇ ਪਿੱਛੇ ਜੇ ਤੁਸੀਂ ਐਕਸਪਲੇਨੇਸ਼ਨ ਵੀ ਵੇਖੋਗੇ ਤਾਂ ਉਹ ਵੀ ਫਿਰ ਕਈ ਕਰਮਾਂ ਦੀ ਫਿਲਾਸਫੀ ਆ ਜਾਏਗੀ, ਕਈ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਆ ਜਾਣਗੀਆਂ। ਇਹ ਬੰਦੇ ਨੂੰ ਕਿਤੇ ਚੰਗੇ ਪਾਸੇ ਲਿਜਾਣ ਦੀ ਬਜਾਏ ਇਹਦੇ ਰਸਤੇ ਦੇ ਰੋਕ ਬਣੀ, ਹਰਡਲ ਬਣੇ ਨੇ। ਗੁਰਮਤ ਆਸ਼ੇ 'ਚ ਇਹ ਹੋਇਆ ਕਿ ਜੇ ਸਪੋਜ਼ ਕਰੋ ਸਾਨੂੰ ਗੁਰਮਤ ਦਾ ਦਰਵਾਜ਼ਾ ਮਿਲ ਗਿਆ, ਗੁਰੂ ਮਹਾਰਾਜ ਜੀ ਦੀ ਬਾਣੀ ਸੁਣਨ ਨੂੰ ਮਿਲ ਗਈ, ਪੜ੍ਹਨ ਨੂੰ ਮਿਲ ਗਈ, ਇਸ ਤੋਂ ਵਧੀਆ ਕੀ ਚੀਜ਼ ਹੋਏਗੀ ਸਾਡੇ ਲਈ। ਥੋੜ੍ਹੀ ਜਿਹੀ ਜੇ ਕਿਤੇ ਹੋਰ ਤਰਸ ਕਰਦੇ ਉਹ ਕਰਤੇ ਦੀ ਕੁਦਰਤ, ਅਤੇ ਸਾਨੂੰ ਇਸ ਨੂੰ ਸਮਝ ਕੇ ਇਹਨੂੰ ਜੀਵਨ ਵਿੱਚ ਅਡਾਪਟ ਕਰਨ ਦੀ ਜਾਚ ਸਿਖਾ ਦੇ, ਦੈਟ ਇਜ਼ ਦ ਬੈਸਟ ਬਲੈਸਿੰਗ ਫਾਰ ਅਸ। ਉਸ ਰੂਪ ਵਿੱਚ ਮਹਾਰਾਜ ਨੇ ਬਿਆਨ ਕੀਤਾ, ਸਮਝ ਇਹ ਕਰਤੇ ਦੀ ਖੇਡ ਆ, ਉਹ ਠਾਕੁਰ ਰਚਨਾ ਰਚਨ ਵਾਲਾ ਆ। ਅਗਲਾ ਬਚਨ ਹੈ, ਗਣਤੀ ਗਣੀ ਨਾ ਛੂਟੈ ਕਦਹੋਂ, ਕਾਚੀ ਦੇਹ ਇਆਣੀ। ਗਣਤੀ ਗਣੀ ਮੀਨ ਕੈਲਕੂਲੇਸ਼ਨ ਕਰਨੀ, ਗਿਣਤੀ ਮਿਣਤੀ ਕਰਨੀ ਸਾਰੇ ਦੀ ਸਾਰੀ। ਨਾ ਛੂਟੈ ਕਤਹੋਂ, ਕਦੀ ਤੂੰ ਇਹ ਤੋਂ ਛੁੱਟ ਨਹੀਂ ਸਕਦਾ ਜੇ ਤੂੰ ਗਿਣਤੀ ਮਿਣਤੀ ਕਰੇਗਾ। ਜੇ ਆਪਾਂ ਇਸ ਚੱਕਰਾਂ 'ਚ ਪੈ ਜਾਵਾਂਗੇ, ਜਿਵੇਂ ਆਮ ਕਰਕੇ ਭਾਰਤੀ ਖਿੱਤੇ 'ਚ ਹੁੰਦਾ ਰਿਹਾ, ਧਰਮ ਕਰਮ ਕੀਤਾ, ਇਹਦੇ 'ਚੋਂ ਆਹ ਚੀਜ਼ ਮਿਲ ਗਈ, ਕਿਸੇ ਨੇ ਚਲੀਹਾ ਕੱਟ ਲਿਆ, ਕਿਸੇ ਨੇ ਇਸ ਤਰ੍ਹਾਂ ਕਰ ਲਿਆ, ਇਸ ਸਾਰੀ ਸੋਚ ਦੇ ਮੰਡਲ ਦੇ ਵਿੱਚ ਬੰਦਾ ਲੋਸਟ ਹੋ ਜਾਏਗਾ, ਬੰਦਾ ਗਵਾਚ ਜਾਏਗਾ। ਗੁਰੂ ਬਾਬਾ ਜੀ ਕਹਿੰਦੇ, ਗਣਤੀ ਗਣੀ ਨਾ ਛੂਟੈ ਕਤਹੋਂ, ਕਾਚੀ ਦੇਹ ਇਆਣੀ।
बाकी ये भी है कि नो वन इज़ परफेक्ट। काची देह यानी काची देह, जिथे शरीर कच्चा आ, मिट्टी कच्ची इस तरीके लगी है, इस शरीर के जरिए बहुता जिहड़ा क्रियाकलाप भी हुंदा आ, वो भी तुसीं जे एक सॉलिड मैजरमेंट नाल देखोगे उसनूं, उहदे तो तुहानूं बहुती वारी नीवा मिलेगा। बंदा दूजे नूं तुसीं बड़ी छेती जज कर जाने, नहीं नहीं वो फलाणे नूं ना जिहड़ा हैगा उत्थे जिहड़ा उहनूं आह काम नहीं सी करना चाहिदा। भाई ट्राई टू पुट योर सेल्फ इन हिज और हर शूज, then try to see if you were there what you have done a little differently। शायद इस तो भी इन्ना भी ना कर पाਉਂਦਾ जिन्ना उन्हें किया हैगा। इत्थे फिर जाके बंदा उस सारे जजमेंट करने वाले कॉन्सैप्ट जो जज करने वाले कॉन्सैप्ट जो बाहर आता है। गुरु बाबा जी कहते काची देही है, ये पॉसिबिलिटी है, ये बंदा सही रूप में सही जिहड़ा डायरैक्शन फॉलो ना करके नीवी फॉलो कर सकता है। ये पॉसिबिलिटी हमेशा बनी रहेगी। काची देह यानी कृपा करो प्रभ करना हारै तेरी बख्श निराली। बाकी ये भी है जे तू तरस करे बख्शिश करे तो तेरी बख्शिश भी निराली है। निराली मेन जिवें सिंपल लैवल ते कहा जाए कि कोई शख्स किसी चीज़ तो डिस्टेंस क्रिएट करता है। सपोज असी गुरुद्वारा साहब तो दूर जाने, दूर जाने वास्ते किसी पासे में 50 या 100 स्टैप्स अवे होंगे असी। जे असी वापस आना है दैन वी हैव टू टेक 100 स्टैप्स बैक, दैन वी कैन कम बैक। लॉजिक तो यही कहता है। पर जिवें असी जिंदगी च देखिए कुछ लोग अकल तो सियाणप तो सोझी तो चंगियाई तो अच्छाई तो कोहां दूर हज़ारां मील दूर लगते हैं। एक दिन ओवरनाइट की होंदा, सवेरे उठते हैं, सवेरे कहते नहीं नहीं हुण तक जो हो गया बस, अज तो बाद नहीं। व्हाट इज़ दिस? निराली चीज़ है। इत्थे रैशनल माइंड काम नहीं करता, ना गिणती मिणती काम करती है। ये है अख दे फोर जिन्ने समय दे विच वो बख्श दिंदा है, नवाज दिंदा। ये जिहड़ी इस रूप इसे करके असी गुरुद्वारे दी धर्म दी इस जिहड़ी संस्था आ इहदी सुध लैंदे आ। उहदा काम अपना करन दा ढंग है, निराला काम है। Sometime we listen, we read these kind of shabds from Guru Granth Sahib, and still we don't believe. We're thinking it's over exaggerated. It's not near to the reality. But let me quote some more shabds from Guru Granth Sahib. बड़े रैशनल वे दे नाल बाबा जी का जिक्र करते कि लोगा मत को फक्कड़ पाए। को फक्कड़ कहते झूठ नूं। कोई बंदा बहुत पंजाबी आम सॉलिड ठेठ पंजाबी च असीं कह दिंदे आ वो फलाना बंदा ओ बड़ा कुफर बोलदा भाई, बड़ा कुफक्कड़ मेन इहो जिहियां गल्लां करदा जिन्हां दा सिर पैर ही कोई नहीं हैगा। बाबा जी कहते दुनिया के लोगों इस चीज़ को झूठ से जाने जे ना। मैं तुहानूं कह रहा गुरु नानक साहब लोका मत को फक्कड़ पाहे लख मड़िया कर इकट्ठे एक रतीले पाहे। लख मड़िया बालन वाला समान लक्कड़, मतलब तुसी लखां मन लक्कड़ इहो जिहा समान इकट्ठा कर लवो तो जो लखां मन लक्कड़ जलानी होए साड़नी होए तो की सानूं लखां मन अग चाहिदी है? नहीं। जस्ट एक छोटी जी चिंगारी बहुत है, एक टाइनी मैच जिहड़ा हैगा आ वो बस लिट होने की देर आ, सारा सड़ के सवाह हो जाएगा। ये उहदी जिहड़ी नवाजिश आ बख्शिश आ ये एवें ही काम करदी है। तुसी जिंदगी का जिन्ना मर्जी कूड़ कबाड़ा इकट्ठा कर लिया है, जदों तरस करदा आ ये निराली चीज़ है। ये साडी कई बार सुरत की पकड़ च भी नहीं आउंदी। गुरु बाबा जी ने उसका बयान किया, महाराज कहते कृपा करो प्रभ करना हारै तेरी बख्श निराली। तू निराली बख्शिश करने वाला है। अगला बचन है जी जंत सब तेरे कीते घट घट तू ही ध्याई है। सब जीव जंत जिहड़े ने तेरे बनाए हुए ने, हर हिरदे दे विच तू ही वस रहा है, तू ही ध्याई है। मतलब साडे वास्ते घट घट तू ही ध्याई है। जिहड़ा बंदा कोई स्पिरिचुअल साइड तो एक्सरसाइज कर रहा है तो फिर वो जजमेंटल होंदा है, तो जज करदा लोकां नूं भी नाले क्या जांदा रब ओमनी प्रेजेंट है, सारियां च वसदा है, सारियां नूं बनाया उन्हें,
ਆ ਬੰਦਾ ਵੀ ਰੱਬ ਨੇ ਬਣਾਇਆ, ਜੇਰ ਬੰਦਾ ਰੱਬ ਨੇ ਬਣਾਇਆ, ਕੋਈ ਕਮਾਲ ਹੀ, ਇਦੋਂ ਮਾੜਾ ਬੰਦਾ ਨਹੀਂ ਹੋ ਸਕਦਾ। ਆਹ ਚੀਜ਼ ਜਿਹੜੀ ਇਸ ਤਰੀਕੇ ਨਾਲ, ਇਸ ਤੋਂ ਗਲਤ ਬੰਦਾ ਨਹੀਂ ਹੋ ਸਕਦਾ। ਹਕੀਕਤ ਇਹ ਹੈ, ਜਿਹਨੂੰ ਸਹੀ ਰੂਪ ਵਿੱਚ ਉਹਦੇ ਧਿਆਨ ਦੀ ਜਾਂਚ ਆ ਗਈ, ਉਹਦਾ ਫਿਰ ਧਿਆਨ ਮਨੁੱਖਾਂ ਦੀਆਂ ਆਦਤਾਂ ਅਤੇ ਮਨੁੱਖਾਂ ਦੇ ਉਸ ਕੌਨਸੈਪਟ ਵੱਲ ਨਹੀਂ ਜਾਂਦਾ, ਬਲਕਿ ਉਸ ਸਭ ਵਿੱਚ ਰੱਬ ਦੀ ਜੋਤ ਦਾ ਸੰਕਲਪ ਲੈਂਦਾ ਆ। ਜਿਵੇਂ ਕਈ ਵਾਰੀ ਹੁੰਦਾ ਹੈ ਸਾਡੇ ਘਰ ਦੇ 'ਚ, ਇਹ ਗੱਲ ਵੀ ਕਈ ਵਾਰੀ ਤੁਸੀਂ ਸੁਣਦੇ ਹੋ ਅੱਜ ਕੱਲ੍ਹ ਸੋਸ਼ਲ ਮੀਡੀਆ 'ਚ, ਹੋਰ ਜਗ੍ਹਾ ਦੇ ਉੱਤੇ, ਲੰਗਰ ਸ਼ੁੱਡ ਨੋਟ ਬੀ ਫॉर एवरीवन। ਨੋ 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 ਨੋ, ਲੋਕੀ ਕੀ ਕੰਟਰੀਬਿਊਟ ਕਰ ਰਹੇ ਇਹਦੇ ਵਾਸਤੇ? ਲੰਗਰ ਤੇ ਜਸਟ ਆਪਣੇ ਸਿੱਖਾਂ ਵਾਸਤੇ ਹੋਣਾ ਚਾਹੀਦਾ ਬਸ, ਬਾਕੀ ਲੋਕਾਂ ਵਾਸਤੇ ਨਹੀਂ। ਸਾਨੂੰ ਉਹ ਤਾਂ ਬਲਕਿ ਸਾਨੂੰ ਕਈ ਵਾਰੀ ਮਾਰਦੇ ਨੇ, ਸਾਨੂੰ ਤੰਗ ਕਰਦੇ ਨੇ, ਸਾਡੇ ਖਿਲਾਫ ਬੁਰਾ ਭਲਾ ਕਹਿੰਦੇ ਨੇ। ਗੁਰਮਤ ਦੀ ਇਹ ਤਾਂ ਐਕਸਰਸਾਈਜ਼ ਹੈ ਨਾ, ਤੁਸੀਂ ਕੌਣ ਹੁੰਦੇ ਹੋ ਜੱਜ ਕਰਨ ਵਾਲੇ? ਜਿਹੜੀ ਆਹ ਚੀਜ਼ ਆ, ਇਹ ਹੈ ਉਹਦੇ 'ਤੇ ਧਿਆਨ ਲੈ ਕੇ ਜਾਣਾ, ਜਿਹੜਾ ਸਭ ਵਿੱਚ ਵਸ ਰਿਹਾ ਹੈਗਾ, ਤੇ ਉਹਦੇ ਰੂਪ ਨੂੰ ਉਸ ਰੂਪ ਵਿੱਚ ਨਿਹਾਰਨਾ। ਗੁਰੂ ਬਾਬਾ ਜੀ ਨੇ ਉਹਦੀ ਬਾਤ ਕੀਤੀ, ਜੀ ਜੰਤ ਸਭ ਤੇਰੇ ਕੀਤੇ, ਘਟ ਘਟ ਤੂੰ ਹੀ ਧਿਆਈ ਹੈ, ਤੇਰੀ ਗਤ ਵਿੱਚ ਤੂੰ ਹੀ ਜਾਣਾ, ਤੇਰੀ ਗਤ ਵਿੱਚ ਤੂੰ ਹੀ ਜਾਣਾ। ਜੋ ਬੰਦਾ ਕਲੇਮ ਕਰਦਾ ਮੈਂ ਬਹੁਤ ਸਿਆਣਾ ਵਾਂ, ਜੇ ਸਿਆਣਿਆਂ ਦੀ ਨਜ਼ਰ 'ਚ ਵੇਖਿਆ ਜਾਏ ਤਾਂ ਉਸ ਤੋਂ ਵੱਡਾ ਮੂਰਖ ਕੋਈ ਨਹੀਂ ਗਾ। ਗੁਰੂ ਨਾਨਕ ਸਾਹਿਬ ਬਿਆਨ ਕਰਦੇ ਆਪਣੀ ਬਾਣੀ ਦੇ ਵਿੱਚ, ਸੋਈ ਅਜਾਨ ਕਹੈ ਮੈਂ ਜਾਣਿਆ, ਜਾਣਨ ਹਾਰ ਨਾ ਛਾਨੋ ਰੇ। ਉਹ ਸਭ ਤੋਂ ਵੱਡਾ ਅਣਜਾਣ ਹੈ ਜਿਹੜਾ ਕਹਿੰਦਾ ਆਈ ਨੋ, ਮੈਂ ਆਈ ਕੈਨ ਐਕਸਪਲੇਨ ਯੂ, ਆਈ ਨੋ ਐਵਰੀਥਿੰਗ। ਬਾਬਾ ਜੀ ਕਹਿੰਦੇ ਮੂਰਖ ਇਹਨੂੰ ਕੁਛ ਵੀ ਨਹੀਂ ਪਤਾ। ਜਿਹਨੇ ਜਾਣ ਲਿਆ ਉਹਨੂੰ ਤਾਂ ਪਤਾ ਲੱਗਿਆ ਆਪਾਂ ਜਾਣ ਹੀ ਕੁਝ ਨਹੀਂ ਸਕਦੇ, ਅਸੀਂ ਕੀ ਐਕਸਪਲੇਨ ਕਰਾਂਗੇ। ਇਸ ਲਈ ਸਿੱਖੀ ਆਸ਼ੇ ਦੇ ਵਿੱਚ ਇਹ ਬਾਤ ਵੀ ਦਰਸਾਈ ਗਈ ਸਾਨੂੰ। ਅਸੀਂ ਗੁਰੂ ਸਾਹਿਬ ਦੇ ਬਚਨ ਕਈ ਵਾਰੀ ਪੜ੍ਹਦੇ ਹਾਂ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ। ਤੇਰਾ ਬੇਅੰਤ ਦਾ ਅੰਤ ਮੈਂ ਕੀ ਲਿਖਾਂਗਾ, ਤੇਰੇ ਉਰਵਾਰਲੇ ਪਾਰਲੇ ਬੰਨੇ ਮੈਨੂੰ ਕੀ ਪਤਾ ਹੈਗਾ। ਇੱਥੇ ਮਹਾਰਾਜ ਬਿਆਨ ਕਰਦੇ, ਤੇਰੀ ਗਤ ਮਿਤ ਤੂੰ ਹੀ ਜਾਣਾ। ਜਿਹੜਾ ਤੇਰਾ ਲੈਵਲ ਆ, ਤੇਰਾ ਹੁਕਮ ਆ, ਤੇਰਾ ਕਿਰਿਆਕਲਾਪ ਕਰਨ ਦਾ ਢੰਗ ਆ। ਜਿਵੇਂ ਮੈਂ ਐਗਜ਼ਾਮਪਲ ਕੀਤੀ, ਕਲਾਸੀਕਲ ਐਗਜ਼ਾਮਪਲ ਲੋਕ ਦਿੰਦੇ ਨੇ ਕਿ ਇੱਕੋ ਸਮੇਂ ਦੋ ਪੈਦਾ ਹੋਣ ਵਾਲੇ ਦੋ ਬੱਚੇ, ਇੱਕ ਇੰਤਹਾ ਦੀ ਅਮੀਰੀ 'ਚ ਪੈਦਾ ਹੋ ਰਿਹਾ, ਇੱਕ ਇੰਤਹਾ ਦੀ ਗਰੀਬੀ 'ਚ ਪੈਦਾ ਹੋ ਰਿਹਾ। ਇਹਨੂੰ ਕਿਵੇਂ, ਇਸ ਨੂੰ ਕਿਵੇਂ ਤੁਸੀਂ ਸਮਝੋਗੇ, ਇਹਨੂੰ ਕਿਵੇਂ ਐਕਸਪਲੇਨ ਕਰੋਗੇ? ਬਈ ਵੀ ਡੋਂਟ ਨੋ, ਸਾਨੂੰ ਕੀ ਪਤਾ ਹੈਗਾ। ਹਾਂ ਇੰਨਾ ਜ਼ਰੂਰ ਹੈ, ਜੋ ਇੰਡੀਵਿਜੂਅਲ ਇਹ ਬਾਤ ਕਰੇ ਕਿ ਮਦਰ ਨੇਚਰ ਦੀ ਇਸ ਸਾਰੇ ਕਿਰਿਆ ਦੇ ਵਿੱਚ ਜਿਹੜੀ ਸਾਨੂੰ ਇਹ ਲਾਈਫ ਮਿਲੀ ਹੈ, ਇਹ ਲਾਈਫ ਇਟ ਸੈਲਫ ਇਜ਼ ਬਲੈਸਿੰਗ। ਆਪਣੇ ਆਪ ਵਿੱਚ ਬੜੀ ਵੱਡੀ ਬਖਸ਼ਿਸ਼ ਹੈ। ਮੈਨੂੰ ਯਾਦ ਹੈ ਇੱਥੇ ਇੱਕ ਬੜਾ ਡੋਮੈਸਟਿਕ ਡਿਸਟਰਬ ਫੈਮਿਲੀ ਦੇ ਵਿੱਚ ਮੈਂ ਕੁਛ ਕਾਉਂਸਲਿੰਗ ਰਿਲੇਟਡ ਇਨਵੋਲਵ ਸੀਗਾ, ਅਤੇ ਉਸ ਮਾਂ ਦਾ ਬੱਚਾ ਬੜਾ ਕਾਬਲ, ਬੜਾ ਕੈਪੇਬਲ, ਉਹ ਜਿਹੜਾ ਹੁੰਦਾ ਹੈਗਾ ਆ, ਬੜਾ ਹਾਰਡ ਮੈਥ ਹੁੰਦਾ ਆ, ਉਹਦੇ 'ਚੋਂ ਮਾਸਟਰਸ ਕਰ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ, ਨਾਲ ਇੱਕ ਜੋਬ ਕਰ ਰਿਹਾ, ਕਾਫੀ ਚੀਜ਼ਾਂ। ਐਂਡ ਹੀ ਵਾਜ਼ ਟੋਟਲੀ ਵੈਰੀ ਓਬੀਡੈਂਟ, ਵੈਰੀ ਨਾਈਸ, ਬੜਾ ਪਿਆਰਾ ਉਸ ਰੂਪ ਦੇ 'ਚ। ਅਤੇ ਉਹ ਸਾਰੇ ਜਦੋਂ ਸਾਰਾ ਦੇਖਿਆ, ਅਤੇ ਉਹਦੀ ਮਾਂ ਜਿਹੜੀ ਸੀਗੀ ਉਹ ਅੰਡਰ ਡਿਪਰੈਸ਼ਨ ਸੀ ਥੋੜ੍ਹੀ ਜਿਹੀ ਉਸ ਤਰੀਕੇ ਨਾਲ। ਅਤੇ ਉਹ ਮੈਂ ਗੱਲਬਾਤ ਕਰਦਾ ਅਤੇ ਉਹ ਬੱਚੇ ਨਾਲ ਵੀ ਗੱਲਬਾਤ ਹੁੰਦੀ, ਅਤੇ ਉਹ ਮਾਂ ਇੱਕੋ ਗੱਲ ਕਹਿੰਦੀ ਨੋ ਮੈਂ ਤਾਂ ਰੋਨੀ ਆਪਣੀ ਕਿਸਮਤ ਨੂੰ, ਬੱਚੇ ਨੂੰ, ਇਹਨੂੰ ਵਿਚਾਰੇ ਨੂੰ ਜ਼ਿੰਦਗੀ ਦੇ ਕੇ ਮੈਂ ਕੀ ਕੀਤਾ। ਇਹ ਜਦੋਂ ਦਾ ਪੈਦਾ ਹੋਇਆ ਵਿਚਾਰਾ ਮੈਨੂੰ ਢੋਰਿਆ, ਮੇਰਾ ਬੋਝ ਢੋਰਿਆ ਸਾਰਾ ਕੁਛ। ਅਤੇ ਬੱਚਾ ਉਹਨੂੰ ਕਹਿ ਰਿਹਾ ਮਾਂ ਵਾਈ ਆਰ ਯੂ ਸੇਇੰਗ ਲਾਈਕ ਦੈਟ, ਯੂ ਨੋ, ਜੇ ਤੂੰ ਮੈਨੂੰ ਜਨਮ ਨਾ ਦਿੰਦੀ, ਆਹ ਜਿਹੜੀ ਬਿਊਟੀਫੁਲ ਅਤੇ ਗਲੋਰੀਅਸ ਲਾਈਫ ਮੈਂ ਜੀ ਰਿਹਾ ਹੈਗਾ, ਮੈਂ ਜੀ ਨਹੀਂ ਸਕਣੀ। ਹੁਣ ਆਹ ਜਿਹੜੀ ਚੀਜ਼ ਆ, ਵੇਖਣ ਦਾ ਪਰਸਪੈਕਟਿਵ ਹੈ ਤੁਹਾਡਾ, ਪੁਆਇੰਟ ਆਫ ਵਿਊ ਤੁਹਾਡਾ ਕੀ ਹੈ। ਇਸ ਤਰੀਕੇ ਨਾਲ ਇੱਕ ਬੰਦਾ ਅਮੀਰੀ ਤੋਂ ਅਮੀਰੀ 'ਚ ਰਹਿੰਦਾ ਹੋਇਆ, ਉਹ ਕਹਿੰਦਾ ਲਾਈਫ ਇਜ਼ ਨਥਿੰਗ। ਇੱਕ ਬੰਦਾ ਉਹ ਵੀ ਹੈ ਜਿਹੜਾ ਬਿਲਕੁਲ ਗੁਰਬਤ ਗਰੀਬੀ 'ਚ, ਉਹਨੂੰ ਪਤਾ ਲੱਗਦਾ ਨਹੀਂ ਇਹ ਹੀਰਾ ਆ। ਮਿੱਟੀ ਜਿਹੜੀ ਇਵੋਲਵ ਹੋ ਕੇ ਇਸ ਤਰੀਕੇ ਨਾਲ ਬਣੀ ਹੈ, ਨੱਚ ਰਹੀ ਹੈ, ਟੱਪ ਰਹੀ, ਖਾ ਰਹੀ, ਕਿਆ ਕਮਾਲ ਆ, ਲੈਟਸ ਇੰਜੋਏ ਇਟ। ਸੋ ਇਹ ਰੂਪ ਜਿਹੜਾ ਆ, ਇਹ ਕੁਦਰਤ ਦੇ ਵਿੱਚ ਬੰਦੇ ਦੇ ਹੁਕਮ, ਬੰਦੇ ਦੀ ਸੁਰਤ ਨੂੰ ਥੋੜ੍ਹਾ ਹੁਕਮ ਦੀ ਸਮਝ ਆ ਜਾਏ, ਸਾਰੀ ਬਾਣੀ ਇਹ ਸਮਝਾਉਂਦੀ ਹੈ। ਬਾਕੀ ਮਹਾਰਾਜ ਕਹਿੰਦੇ ਕੀ ਅਸਲ 'ਚ ਸਾਰੇ ਵਾਸਤੇ ਕੀ ਇਹਦਾ ਪਰਪਸ ਆ, ਕੀ ਇਹਦੀ ਸਾਰੀ, ਅਸੀਂ ਕੌਣ ਹੁੰਦੇ ਹਾਂ ਅਵੈਲੂਏਟ ਕਰਨ ਵਾਲੇ। ਉਹਦੀ ਬਾਤ ਕੀਤੀ ਵੀ ਤੇਰੀ ਕਤਮੇ ਤੇ ਤੂੰ ਹੈ ਜਾਣੇ, ਕੁਦਰਤ ਕੀਮ ਪਾਈ ਹੈ। ਇਸ ਕੁਦਰਤ ਦੀ ਅਸੀਂ ਕੀ ਅਵੈਲੂਏਟ ਕਰਾਂਗੇ, ਕੀ ਇਹਨੂੰ ਕਿਹਦੀ ਕੀਮਤ ਪਾਵਾਂਗੇ ਅਸੀਂ। ਬਿਲਕੁਲ ਅੰਤਲੀਆਂ ਲਾਈਨਾਂ ਨੇ, ਨਿਰਗੁਣ ਮੁਗਧ ਅਜਾਨ ਅਗਿਆਨੀ, ਕਰਮ ਧਰਮ ਨਹੀਂ ਜਾਣਾ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਨਿਰਗੁਣ ਹਾਂ, ਮੇਰੇ 'ਚ ਗੁਣ ਕੋਈ ਨਹੀਂ, ਮੁਗਧ ਮੈਨੂੰ ਅਕਲ ਵੀ ਕੋਈ ਨਹੀਂ, ਅਜਾਨ ਮੈਂ ਕੁਛ ਜਾਣਦਾ ਵੀ ਨਹੀਂ ਹੈਗਾ, ਅਗਿਆਨੀ ਬਿਲਕੁਲ ਅਮੂੜਾ ਇਲੀਟਰੇਟ ਹਾਂ, ਕਰਮ ਧਰਮ ਨਹੀਂ ਜਾਣਾ, ਐਂਡ ਆਈ ਈਵਨ ਡੋਂਟ ਨੋ ਹਾਊ ਟੂ ਡੂ ਐਨੀ ਕਾਈਂਡ ਆਫ ਸਪਿਰਿਚੁਅਲ ਔਰ ਰਿਲੀਜੀਅਸ ਡਿਸਕੋਰਸ।
ਹੈ ਕੋਈ ਸ਼ਖਸ ਇਸ ਤਰੀਕੇ ਨਾਲ ਸੋਚ ਰਿਹਾ ਹੋਏ ਧਰਤੀ ਦੇ ਉੱਤੇ। ਇੱਥੇ ਤੇ ਹਾਲਤ ਇਹ ਹੈ ਕਿ ਬੰਦੇ ਨੂੰ ਮਾੜਾ ਜਿਹਾ ਕੋਈ ਬੰਦਾ ਤੇ ਛੋਟਾ ਜਿਹਾ ਇੱਕ ਕਿਸੇ ਜਿਹੜਾ ਹੈਗਾ ਸਬਜੈਕਟ ਦੇ ਉੱਤੇ ਇੱਕ ਟਰੈਕਟ ਪੜ੍ਹ ਲੇ, ਇੱਕ ਛੋਟਾ ਜਿਹਾ ਪੈਂਫਲੇਟ ਪੜ੍ਹ ਲੇ, ਤੇ ਬੰਦਾ ਕਹਿੰਦਾ ਨਹੀਂ ਨਹੀਂ ਮੈਂ ਤੇ ਬਹੁਤ ਕੁਝ ਜਾਣ ਲਿਆ, ਤੁਹਾਨੂੰ ਤਾਂ ਕੁਝ ਵੀ ਨਹੀਂ ਪਤਾ ਜਿੰਨਾ ਮੈਨੂੰ ਪਤਾ ਹੈਗਾ। ਗੁਰੂ ਅਰਜਨ ਸਾਹਿਬ ਜਿਨ੍ਹਾਂ ਨੇ ਐਡੇ ਵੱਡੇ ਗ੍ਰੰਥ ਦੀ ਤਾਮੀਰੀਅਤ ਕੀਤੀ, ਜਿਨ੍ਹਾਂ ਦੇ ਹਰ ਵਕਤ ਜ਼ਬਾਨ ਦੇ ਉੱਤੇ ਰੱਬ ਦੇ ਬੋਲਾਂ ਤੋਂ ਬਿਨਾਂ ਕੁਝ ਵੀ ਨਹੀਂ, ਜਿਹੜੇ ਇਸ ਸਰੂਪ ਦੇ ਵਿੱਚ ਇੰਨੇ ਵੱਡੇ ਸ਼ਰਾਜ਼ੇ ਨੂੰ ਜਿਹੜਾ ਹੈਗਾ ਇਵੋਲਵ ਕਰ ਰਹੇ, ਉਸ ਨੂੰ ਹੋਂਦ ਵਿੱਚ ਲਿਆ ਰਹੇ ਹੈਗੇ ਨੇ, ਉਹ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਮੈਨੂੰ ਕੁਛ ਵੀ ਨਹੀਂ ਪਤਾ, ਮੈਂ ਕੁਛ ਵੀ ਨਹੀਂ ਜਾਣਦਾ। ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗਾ ਤੇਰਾ ਬਾਣਾ। ਗੁਰੂ ਅਰਜਨ ਸਾਹਿਬ ਮੇਰੇ ਤੇ ਤਰਸ ਕਰੀ, ਤੇ ਤਰਸ ਇਹ ਕਰੀ ਤੇਰਾ ਗੁਣਗਾਨ ਕਰਾਂ ਤੇ ਇੱਕ ਚੀਜ਼ ਪੱਕੀ ਹੋ ਜਾਏ, ਮਿੱਠਾ ਲੱਗਾ ਤੇਰਾ ਭਾਣਾ। ਕਿਆ ਕਮਾਲ ਦੀ ਅਰਦਾਸ ਹੈ। ਤਾਂ ਅਸੀਂ ਇਤਿਹਾਸ ਪੜ੍ਹਦੇ ਹਾਂ, ਗੁਰੂ ਬਾਬਾ ਜੀ ਨੂੰ ਭਾਣਾ ਹੀ ਮਿੱਠਾ ਲੱਗ ਗਿਆ ਬਸ। ਜਦੋਂ ਸਮਾਂ ਬਣਿਆ, ਜਦੋਂ ਉਹਨਾਂ ਨੂੰ ਤਖਤ ਤੇ ਹਰ ਬੰਦਾ ਕਹਿੰਦਾ when time is according to our actually expectations and our actually ਜਿਹੜਾ ਹੈਗਾ ਸਾਡੀਆਂ ਇੱਛਾਵਾਂ ਦੇ ਮੁਤਾਬਕ ਹੁੰਦਾ। ਵੀ ਆਲਵੇਜ਼ ਸੇ ਓ ਇਟਸ ਬਿਊਟੀਫੁਲ, ਇਟਸ ਨਾਈਸ, ਵੰਡਰਫੁਲ, ਆਈ ਐਮ ਬਲੈਸਡ ਵਿਦ ਮਦਰ ਨੇਚਰਸ ਐਕਚੁਅਲੀ ਜਿਹੜਾ ਉਹਦੀ ਬਖਸ਼ਿਸ਼ ਦੇ ਨਾਲ। ਜਦੋਂ ਕਿਤੇ ਸਮਾਂ ਸਾਡੇ ਅਗੇਂਸਟ ਜਾ ਰਿਹਾ ਹੋਏ ਦੈਨ ਅਸੀਂ ਸਵਾਏ ਕੰਪਲੇਨਸ ਤੋਂ ਕੁਛ ਵੀ ਨਹੀਂ ਹੁੰਦਾ। ਇਹ ਗੁਰੂ ਅਰਜਨ ਸਾਹਿਬ ਨੇ ਜਿਹਨੂੰ ਤੱਤੀ ਤਵੀ ਤੇ ਵੀ ਬਿਠਾਇਆ ਗਿਆ, ਸਾਈਂ ਮੀਆਂ ਮੀਰ ਪੁੱਛਦਾ ਹੈ ਵੀ ਹੁਣ ਦੱਸੋ ਹੁਣ ਕੀ ਕਹੋਗੇ, ਤੇ ਬਾਬਾ ਜੀ ਨੇ ਕਿਹਾ ਤੇਰਾ ਕੀਆ ਮਿੱਠਾ ਲੱਗ, ਅਜੇ ਵੀ ਮਿੱਠਾ ਲੱਗ ਰਿਹਾ, ਕੋਈ ਐਸੀ ਬਾਤ ਨਹੀਂ। ਇਹਨੂੰ ਸਾਹਿਬ ਨੇ ਕਿਹਾ ਮੇਰੀ ਅਰਦਾਸ ਇਹ ਹੈ ਕਿ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗਾ ਤੇਰਾ ਪਾਣਾ, ਤਰਸ ਕਰੀ ਤੇਰਾ ਪਾਣਾ ਮਿੱਠਾ ਲੱਗੇ, ਤੇਰੇ ਹੁਕਮ ਨੂੰ ਮੈਂ ਮਿੱਠਾ ਸਵਾਦਲਾ ਸਮਝ ਕੇ ਜੀ ਸਕਾਂ, ਹੰਡਾ ਸਕਾਂ। ਸਭ ਰਹਿਮਤ ਕਰਨ ਐਸੇ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਨੀਆਂ। ਉਹ ਵਾਹਿਗੁਰੂ ਜੀ ਕਾ ਖਾਲਸਾ